ਵਾਇਸ ਆਫ ਇੰਡੀਆ ਦੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਜ਼ੂਮ ਤੇ ਅਸੀਂ ਗੱਲਬਾਤ ਕਰਾਂਗੇ ਮਲਕੀਤ ਝਿੰਗੜ ਜੀ। ਇੰਗਲੈਂਡ ਤੋਂ ਨੇ ਮਲਕੀਤ ਝਿੰਗੜ ਉੱਘੇ ਪੱਤਰਕਾਰ ਨੇ ਔਰ ਉੱਘੇ ਸਮਾਜ ਸੇਵੀ ਵੀ ਨੇ, ਇਨਕਲਾਬੀ ਵਿਚਾਰਾਂ ਦੇ ਧਾਰਨੀ ਨੇ। ਬੜਾ ਡੂੰਘਾ ਤੇ ਵਿਸਥਾਰਤ ਤਜਰਬਾ ਇਹਨਾਂ ਦਾ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ, ਜਿਹੜੀ 26 ਜੂਨ 1975 ਨੂੰ ਭਾਰਤ ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ। ਇੱਕਦਮ ਐਮਰਜੈਂਸੀ ਲੱਗ ਗਈ, ਲੋਕਾਂ ਦੇ ਸਾਹ ਸੁੱਤੇ ਗਏ। ਉਸ ਸਬਜੈਕਟ ਦੇ ਉੱਤੇ ਅਸੀਂ ਵਿਸਥਾਰ ਨਾਲ ਝਿੰਗੜ ਸਾਹਿਬ ਦੇ ਕੋਲੋਂ ਜਾਣਕਾਰੀ ਹਾਸਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਮਲਕੀਤ ਜੀ। ਝਿੰਗੜ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਤੁਸੀਂ ਆਏ ਹੋ ਔਰ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ। ਮਲਕੀਤ ਜੀ, ਤੁਹਾਨੂੰ ਮੈਂ ਉਸ ਵੇਲੇ ਤੋਂ ਜਾਣਦਾ ਜਦੋਂ ਤੁਸੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਸਰਗਰਮ ਹੁੰਦੇ ਸੀ। ਪੰਜਾਬ ਦੇ ਵਿੱਚ ਉਸ ਵੇਲੇ ਪੰਜਾਬ ਸਟੂਡੈਂਟ ਯੂਨੀਅਨ ਇੱਕ ਹੁੰਦੀ ਸੀ ਸਰਗਰਮੀ ਨਾਲ ਕੰਮ ਕਰਦੀ, ਇੱਕ ਬੇਰੁਜ਼ਗਾਰ ਅਧਿਆਪਕ ਯੂਨੀਅਨ ਸਰਗਰਮੀ ਨਾਲ ਕੰਮ ਕਰਦੀ ਹੁੰਦੀ ਸੀ। ਜਦੋਂ ਐਮਰਜੈਂਸੀ ਲੱਗੀ 26 ਜੂਨ 1975 ਨੂੰ, ਤੇ ਸ਼ਾਇਦ ਪੰਜਾਬ ਦੇ ਵਿਦਿਆਰਥੀਆਂ ਦੇ ਸਿਰ ਸਿਹਰਾ ਵੱਜਦਾ ਹੈ ਕਿ ਉਹਨਾਂ ਨੇ ਸਰਕਾਰ ਨੂੰ ਸਿੱਧੇ ਸਿੱਧੇ ਰੂਪ ਵਿੱਚ ਵੰਗਾਰਿਆ ਸੀ। ਉਸ ਵੇਲੇ ਦੀ ਸਰਕਾਰ ਨੂੰ ਉਂਝ ਭਾਵੇਂ ਉਹ ਐਮਰਜੈਂਸੀ ਦੇ ਕਾਰਨਾਂ ਪਿੱਛੇ ਜਦੋਂ ਗੱਲ ਕਰਾਂਗੇ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਆਪਦੇ ਸਿਰ ਸਿਹਰਾ ਬਣਨ ਦੀ ਕੋਸ਼ਿਸ਼ ਕਰਦੀਆਂ, ਆਪੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਕੋਸ਼ਿਸ਼ ਕਰਦੀਆਂ, ਪਰ ਅਸਲੀਅਤ ਕੁਛ ਹੋਰ ਹੁੰਦੀ ਹੈ। ਕਿਉਂਕਿ ਜੈ ਪ੍ਰਕਾਸ਼ ਨਾਰਾਇਣ ਨੇ ਵੀ ਬਿਹਾਰ ਵਿੱਚ ਅੰਦੋਲਨ ਸ਼ੁਰੂ ਕੀਤਾ ਸੀਗਾ। ਉਹ ਵੀ ਉਸ ਵੇਲੇ ਵਿਦਿਆਰਥੀ ਸੀ। ਵਿਦਿਆਰਥੀ ਜੀਵਨ ਜਿਹੜਾ ਸੀ ਉਹ ਪੂਰਾ ਤਜਰਬਾ ਸੀ ਉਹਨਾਂ ਦੇ ਕੋਲ। ਗੁਜਰਾਤ ਵਿੱਚ ਵੀ ਸ਼ੁਰੂ ਹੋਇਆ, ਉੱਤਰ ਪ੍ਰਦੇਸ਼ ਵਿੱਚ ਵੀ ਸ਼ੁਰੂ ਹੋਇਆ, ਕਾਨਪੁਰ, ਲਖਨਊ, ਬੜੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਪੰਜਾਬ ਵਿੱਚ ਵਾਕਈ ਪੰਜਾਬ ਸਟੂਡੈਂਟ ਯੂਨੀਅਨ ਨੇ ਇਹ ਬੀੜਾ ਚੁੱਕਿਆ ਸੀ ਔਰ ਸਮੇਂ ਦੀ ਸਰਕਾਰ ਨੂੰ ਵੰਗਾਰਿਆ ਸੀ। ਦਰਅਸਲ ਉਹਨਾਂ ਦੀਆਂ ਆਪਣੀਆਂ ਮੰਗਾਂ ਸੀ, ਉਹਨਾਂ ਦੀਆਂ ਆਪਦੀਆਂ ਮੁਸ਼ਕਲਾਂ ਸੀ, ਜਿਹਨਾਂ ਕਰਕੇ ਉਹ ਸਰਕਾਰ ਦੇ ਨਾਲ ਦੋ ਹੱਥ ਕਰਨ ਵਾਸਤੇ ਮਜਬੂਰ ਹੋਏ ਸੀ। ਉਹ ਕਿਹੜੇ ਕਾਰਨ ਤੁਹਾਨੂੰ ਲੱਗਦੇ ਆ ਮਲਕੀਤ ਜੀ? ਹੋਰ ਕਿਹੜੇ ਰਾਜਨੀਤਿਕ ਕਾਰਨ ਸੀ? ਇਕੱਲੇ ਪੰਜਾਬ ਸਟੂਡੈਂਟ ਯੂਨੀਅਨ ਨੇ ਤਾਂ ਵੰਗਾਰਿਆ ਨਹੀਂ, ਜਾਂ ਇਕੱਲੀ ਪੰਜਾਬ ਸਟੂਡੈਂਟ ਯੂਨੀਅਨ ਕੋਲੋਂ ਤਾਂ ਸਰਕਾਰ ਜਾਂ ਇੰਦਰਾ ਗਾਂਧੀ ਡਰਦੀ ਨਹੀਂ ਸੀ। ਹੋਰ ਕਿਹੜੇ ਕਾਰਨ ਸੀਗੇ? ਕੌਮੀ ਕਾਰਨ ਹੋ ਸਕਦੇ ਆ, ਕੋਈ ਕੌਮਾਂਤਰੀ ਕਾਰਨ ਵੀ ਹੋ ਸਕਦੇ, ਸਥਾਨਕ ਕਾਰਨ ਹੋ ਸਕਦੇ ਆ। ਉਹ ਕਿਹੜੇ ਕਾਰਨ ਸੀ ਜਿਹਨਾਂ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੇਸ਼ ਵਿੱਚ ਐਮਰਜੈਂਸੀ ਲਾਉਣੀ ਪਈ? ਇੱਕ ਤਾਂ ਕਾਰਨ ਇਹ ਸੀ, ਆਪਾਂ ਜਿਹੜੇ ਬਾਕੀ ਦੇ ਕਾਰਨ ਆਪਾਂ ਪਹਿਲਾਂ ਦੇਖਦੇ ਹਾਂ, ਕਿਉਂਕਿ ਐਮਰਜੈਂਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਈ ਤੇ ਉਹਨੇ ਆਪਣੀ ਕੁਰਸੀ ਨੂੰ ਬਰਕਰਾਰ ਰੱਖਣ ਦੇ ਲਈ ਕਿ ਵੀ ਮਤਲਬ ਮੇਰੀ ਕੁਰਸੀ ਬਰਕਰਾਰ ਰਹੂਗੀ ਤੇ ਤਾਂ ਹੀ ਇਹ ਮੈਂ ਸਾਰਾ ਕੁਝ ਕਰ ਸਕੂੰਗੀ। ਤਾਂ ਕਰਕੇ ਉਹਨੇ ਫਿਰ ਐਮਰਜੈਂਸੀ ਲਾਈ ਤੇ ਉਹਦੇ ਨਾਲ ਫਿਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਉਹਨੇ ਮਤਲਬ ਰਾਏ ਬਰੇਲੀ ਦੇ ਵਿੱਚ ਚੋਣ ਲੜੀ ਸੀ ਕੋਈ ਰਾਜ ਨਾਰਾਇਣ ਦੇ ਖਿਲਾਫ ਯੂਪੀ ਦੇ ਵਿੱਚ, ਤੇ ਉਸ ਚੋਣ ਦੇ ਵਿੱਚ ਇਹਨੇ ਸਰਕਾਰੀ ਮਸ਼ੀਨਰੀ ਦੀ ਤੇ ਸਰਕਾਰੀ ਦੁਰਵਰਤੋਂ ਕੀਤੀ ਸੀ। ਦੋਸ਼ ਲੱਗਾ ਸੀ ਇੰਦਰਾ ਗਾਂਧੀ ਤੇ ਇਹਦੇ ਤੇ ਦੋਸ਼ ਲੱਗਾ ਸੀ। ਉਹ ਕੇਸ ਚੱਲਿਆ ਤੇ ਕੇਸ ਉਹ ਰਾਜ ਨਾਰਾਇਣ ਜਿੱਤ ਗਿਆ ਤੇ ਇਹਦੀ ਚੋਣ ਰੱਦ ਕਰ ਦਿੱਤੀ। ਇਹ ਪਹਿਲਾਂ ਇਹ ਜਿੱਤੀ ਸੀ, ਪਰ ਫਿਰ ਇਹਨੂੰ ਰੱਦ ਕਰਕੇ ਤਾਂ ਰਾਜ ਨਾਰਾਇਣ ਨੂੰ ਅੱਗੇ ਲੈ ਆਂਦਾ ਸੀ, ਪਰ ਇਹ ਮੰਨੀ ਨਹੀਂ ਸੀ। ਤੇ ਇਹਨੇ ਮਤਲਬ ਰਾਸ਼ਟਰਪਤੀ ਦੇ ਕੋਲ ਜਾ ਕੇ ਤੇ ਰਾਸ਼ਟਰਪਤੀ ਤੋਂ ਐਮਰਜੈਂਸੀ ਲਗਵਾ ਦਿੱਤੀ। ਠੀਕ ਹੈ। ਤੇ ਗੱਲ ਇੰਨੀ ਸੀ, ਪਰ ਇਹ ਐਮਰਜੈਂਸੀ ਦੀਆਂ ਹਾਲਤਾਂ ਬਣੀਆਂ ਕਿਉਂ? ਉਹ ਹਾਲਤ ਕਿਉਂ ਬਣ ਗਈ ਵੀ ਇਹਨੂੰ ਆਪਣੀ ਕੁਰਸੀ ਤੇ ਕਾਬਜ ਰਹਿਣ ਦੀ ਕੀ ਲੋੜ ਪੈ ਗਈ? ਉਹੀ ਗੱਲ ਕਿ ਆਪਦੀ ਤੁਸੀਂ ਗੱਲ ਕੀਤੀ ਹੈ ਕਿ ਆਪਦੀ ਕੁਰਸੀ ਬਚਾਉਣ ਦੇ ਲਈ ਜਾਂ ਕੁਰਸੀ ਉੱਤੇ ਕਬਜ਼ਾ ਪੱਕਾ ਕਰਨ ਦੇ ਲਈ
ਉਹਨੇ ਐਮਰਜੈਂਸੀ ਲਾਈ, ਉਹ ਕਿਹੜੇ ਹੋਰ ਹਾਲਾਤ ਸੀਗੇ ਜਿਨ੍ਹਾਂ ਨੇ ਇਹਨੂੰ ਮਜਬੂਰ ਕੀਤਾ ਕਿ ਮੇਰੀ ਕੁਰਸੀ ਜਿਹੜੀ ਹੈ ਬਚੀ ਰਵੇ, ਪੱਕੀ ਰਵੇ? ਅਸਲ ਵਿੱਚ ਜਿਹੜੇ ਇਹ ਸਰਕਾਰਾਂ ਹੁੰਦੀਆਂ, ਮੰਤਰੀ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਜਾਂ MLA ਰੱਖ ਲਓ, ਕੋਈ ਵੀ ਆ, ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੁੰਦੀਆਂ, ਉਹਨਾਂ ਦੀ ਸੇਵਾ ਲਈ ਭੁਗਤਦੀਆਂ, ਨਾ ਕਿ ਲੋਕਾਂ ਦੀ ਸੇਵਾ ਲਈ ਭੁਗਤਦੀਆਂ। ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਗੱਲ ਸੀ, ਜਿੱਦਾਂ ਅੱਜ ਵੀ ਸ਼ਰੇਆਮ ਜਾ ਰਿਹਾ ਕਿ ਅੱਜ ਲੋਕ ਸ਼ਰੇਆਮ ਅੰਬਾਨੀ ਤੇ ਅਡਾਨੀ ਦਾ ਨਾਮ ਲੈ ਰਹੇ ਤੇ ਹੋਰ ਘਰਾਣਿਆਂ ਦੇ ਨਾਂ ਲੈ ਰਹੇ ਆ ਵੀ ਸਾਡੀ ਉਹਨਾਂ ਨਾਲ ਟੱਕਰ ਹੈ, ਤੇ ਓਨੀ ਮੋਦੀ ਨਾਲ ਨਹੀਂ ਹੈ। ਸਿੱਧੀ ਲੜਾਈ ਇਸ ਵਕਤ ਜਿਹੜਾ ਲੋਕਾਂ ਦਾ ਜਿਹੜਾ ਦੁਸ਼ਮਣ ਆ ਉਹ ਸਾਹਮਣੇ ਆ ਰਿਹਾ। ਤੇ ਇਸੇ ਹੀ ਤਰ੍ਹਾਂ ਜਿਹੜੀਆਂ ਇਹ ਹਾਕਮ, ਜਿਹੜੀਆਂ ਸਰਕਾਰਾਂ ਹੁੰਦੀਆਂ, ਹਾਕਮ ਜਮਾਤਾਂ ਦੀਆਂ, ਇਹ ਉਹਨਾਂ ਦੀ ਸੇਵਾ ਵਿੱਚ ਭੁਗਤਦੀਆਂ। ਉਸ ਵਕਤ ਜਿੱਥੇ ਆਰਥਿਕ ਸੰਕਟ ਦੇ ਵਿੱਚ ਜਦੋਂ ਡੂੰਘਾ ਹੁੰਦਾ, ਆਰਥਿਕ ਸੰਕਟ ਦੇ ਵਿੱਚੋਂ ਬਾਕੀ ਦੇ ਸਾਰੇ ਸੰਕਟ ਪੈਦਾ ਹੁੰਦੇ ਆ। ਆਰਥਿਕ ਸੰਕਟ ਆਉਂਦਾ ਤਾਂ ਰਾਜਨੀਤਿਕ ਸੰਕਟ ਆਉਂਦਾ, ਤੇ ਫਿਰ ਸਿਆਸੀ ਸੰਕਟ ਆਉਂਦਾ, ਤੇ ਸਾਰੇ ਸੰਕਟ ਇੱਥੋਂ ਪੈਦਾ ਹੁੰਦੇ ਆ। ਤੇ ਇਹ ਜਿਹੜੇ ਮਤਲਬ ਪੂਰੇ ਭਾਰਤ ਦੇ ਵਿੱਚ ਜਦ ਆਪਾਂ ਗੱਲ ਕਰਦੇ ਹਾਂ ਕਿ 1975 ਜਾਂ 70 ਦੀ ਗੱਲ ਕਰਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਕਾਫੀ ਵੱਡੀ ਉਥਲ ਪੁਥਲ ਹੋਈ ਸੀ। ਇੱਕ ਲਹਿਰ ਚੱਲੀ ਸੀ ਜਿਹੜੀ 70-72 ਦੇ ਵਿੱਚ ਬਹੁਤ ਸਰਗਰਮੀ ਦੇ ਨਾਲ ਪੂਰੇ ਭਾਰਤ ਵਿੱਚ ਚੱਲੀ ਸੀ, ਨਕਸਲਬੜੀ। ਬਿਲਕੁਲ ਬਿਲਕੁਲ। ਤੇ ਉਹਦਾ ਵੀ ਬਹੁਤ ਵੱਡਾ ਅਸਰ ਲੋਕਾਂ ਦੇ ਉੱਤੇ ਪਿਆ ਸੀ। ਤੇ ਆਮ ਲੋਕਾਂ ਤੇ ਅਸਰ ਸੀਗਾ। ਹਾਂ, ਉਸ ਲਹਿਰ ਨੂੰ ਦਬਾਉਣ ਦੇ ਲਈ ਵੀ ਲੋਕਾਂ ਨੂੰ ਕਿਵੇਂ ਦਬਾਇਆ ਜਾਵੇ, ਤੇ ਉਸ ਵਕਤ ਬਹੁਤ ਹੀ ਜ਼ਬਰ ਦਾ ਸਹਾਰਾ ਲਿਆ ਗਿਆ ਤੇ ਗੋਲੀ ਦਾ ਨਿਸ਼ਾਨਾ ਬਣਾਇਆ। ਜਿਹੜੇ ਨਕਸਲਵਾੜੀ ਲਹਿਰ ਦੇ ਨਾਲ ਲੋਕੀ ਜੁੜੇ ਹੋਏ ਸੀ ਜਾਂ ਉਸ ਪਾਰਟੀ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਬਿਲਕੁਲ ਠੀਕ। ਹਾਂ, ਤੇ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਵੀ ਉਹ ਲਹਿਰ ਦਬ ਗਈ। ਕਹਿਣ ਦਾ ਭਾਵ ਜਿਹੜੇ ਇਨਕਲਾਬੀ ਜਜ਼ਬਾਤ ਸੀ ਲੋਕਾਂ ਦੇ ਵਿੱਚ, ਜਿਹੜੀ ਇਨਕਲਾਬੀ ਸਪਿਰਿਟ ਆ, ਉਹ ਜ਼ਰੂਰੀ ਨਹੀਂ ਹੈ ਵੀ ਨਕਸਲਵਾੜੀ ਲਹਿਰ ਦੇ ਨਾਲ ਹੀ ਜੁੜੇ ਹੋਣ। ਇਨਕਲਾਬੀ ਸਪਿਰਿਟ ਤਾਂ ਲੋਕਾਂ ਦੇ ਅੰਦਰ ਆ, ਕਿਸੇ ਸਿੱਖ ਦੇ ਅੰਦਰ ਵੀ ਆ। ਤੁਸੀਂ ਮਲਕੀਤ ਜੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਸਲ ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਮ ਲੋਕ ਇਹ ਸੋਚਦੇ ਸੀਗੇ ਕਿ ਹੁਣ ਬਹੁਤ ਵੱਡਾ ਬਦਲਾਅ ਆ ਜਾਣਾ, ਅੰਗਰੇਜ਼ ਦੇਸ਼ ਨੂੰ ਛੱਡ ਕੇ ਜਾ ਚੁੱਕੇ ਆ, ਹੁਣ ਤਾਂ ਸਾਡੀ ਆਪਣੀ ਸਰਕਾਰ ਆ, ਸਾਡੀ ਆਪਣੀ ਸਰਕਾਰ ਸਾਡੇ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚੂਗੀ, ਸਾਡੀ ਜ਼ਿੰਦਗੀ ਸਵਰ ਜਾਊਗੀ, ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਆ ਜਾਣਗੇ। ਪਰ ਬਦਲਾਅ ਆਉਣ ਦੀ ਬਜਾਏ ਗਰੀਬ ਤੇ ਅਮੀਰ ਵਿੱਚ ਪਾੜਾ ਬਹੁਤ ਵੱਧ ਗਿਆ। ਉਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਰਮਾਏਦਾਰੀ ਕਾਰਪੋਰੇਟ ਜਿਹੜੇ ਸੀਗੇ, ਉਹ ਘਰਾਣਿਆਂ ਨੇ ਦੇਸ਼ ਨੂੰ ਦੋਹੀਂ ਹੱਥੀਂ ਲੁੱਟਿਆ, ਔਰ ਉਹ ਦਿਨੋਂ ਦਿਨ ਪ੍ਰਫੁੱਲਤ ਹੁੰਦੇ ਗਏ। ਆਮ ਜਨਤਾ ਜਿਹੜੀ ਸੀ, ਆਮ ਲੋਕ ਜਿਹੜੇ ਸੀ, ਉਹ ਪਿਸ ਰਹੇ ਸੀ, ਗਰੀਬੀ ਦੀ ਮਾਰ ਝੱਲ ਰਹੇ ਸੀਗੇ। ਇਹ ਆਰਥਿਕ ਜਿਹੜਾ ਕਾਰਨ ਵੀ ਜਿਹੜਾ ਹੋਇਆ, ਜਿਹਨੇ ਸਰਕਾਰ ਦਾ ਤਖਤਾ ਪਲਟਣ ਦੇ ਲਈ ਇੱਕ ਇਹੋ ਜਿਹਾ ਮਾਹੌਲ ਸਿਰਜ ਦਿੱਤਾ, ਉਸ ਮਾਹੌਲ ਦੇ ਵਿੱਚੋਂ ਹੀ ਨਕਸਲਵਾੜੀ ਮੂਵਮੈਂਟ ਸ਼ੁਰੂ ਹੋਈ। ਉਸ ਮਾਹੌਲ ਦੇ ਵਿੱਚੋਂ ਹੀ ਜਿਹੜੀਆਂ ਸੀਗੀਆਂ ਤੇਲੰਗਾਨਾ ਦਾ ਘੋਲ ਵੀ ਉਸੇ ਮਾਹੌਲ ਵਿੱਚ ਚੱਲਦਾ ਰਿਹਾ। ਹਾਂਜੀ ਹਾਂਜੀ ਬਿਲਕੁਲ। ਉਸ ਮਾਹੌਲ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਅੰਦੋਲਨ ਸ਼ੁਰੂ ਕੀਤੇ, ਭਾਵੇਂ ਉਹ ਵਿਦਿਆਰਥੀਆਂ ਵੱਲੋਂ ਸੀ, ਭਾਵੇਂ ਉਹ ਮੁਲਾਜ਼ਮਾਂ ਵੱਲੋਂ ਸੀ, ਭਾਵੇਂ ਉਹ ਕਿਸਾਨਾਂ ਵੱਲੋਂ ਸੀ, ਆਮ ਲੋਕਾਂ ਵੱਲੋਂ ਸੀ। ਇਹ ਅਸਲ ਵਿੱਚ ਇਹ ਉਸ ਜਿਹੜਾ ਵਾਤਾਵਰਨ ਸੀਗਾ, ਉਸ ਸਮੇਂ ਦਾ ਮਾਹੌਲ ਸੀਗਾ, ਉਹਨੇ ਇੱਕ ਚੁਣੌਤੀ ਪੈਦਾ ਕਰ ਦਿੱਤੀ ਸਰਕਾਰ ਵਾਸਤੇ। ਔਰ ਸਰਕਾਰ ਮਹਿਸੂਸ ਕਰਦੀ ਸੀ ਕਿ ਅਸੀਂ ਇਹਨਾਂ ਲੋਕਾਂ ਨੂੰ ਦਬਾ ਲਵਾਂਗੇ, ਜਿਹੜੇ ਸੰਘਰਸ਼ ਕਰਨ ਵਾਲੇ, ਅੰਦੋਲਨ ਕਰਨ ਵਾਲੇ ਹੈਗੇ, ਦਬਾ ਲਵਾਂਗੇ। ਉਹ ਦਬਾਉਣ ਦੇ ਲਈ ਅਸਲ 'ਚ ਉਹਨੇ ਐਮਰਜੈਂਸੀ ਲਾਈ। ਮੈਨੂੰ ਲੱਗਦਾ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ। ਜੀ, ਜਿਵੇਂ ਅੱਜ ਪੇਸ਼ ਕੀਤਾ ਜਾ ਰਿਹਾ ਕਿ ਕੁਝ ਆਗੂਆਂ ਦੇ ਨਾਮ ਲੈ ਜਾ ਰਹੇ ਆ, ਜਿਹੜੀਆਂ ਪੋਲੀਟੀਕਲ ਸਿਆਸੀ ਪਾਰਟੀਆਂ ਆ, ਜਾਂ ਅਕਾਲੀ ਪਾਰਟੀ ਕਹਿ ਲਓ, ਜਾਂ BJP ਵਾਲੀ ਕਹਿ ਲਓ, ਜਾਂ ਜੈ ਪ੍ਰਕਾਸ਼ ਨਾਰਾਇਣ ਕਹਿ ਲਓ, ਜਾਂ ਦੂਸਰਾ ਸੀ ਜਿਹੜਾ ਚੰਦਰ ਸ਼ੇਖਰ ਸੀ ਉਹਦਾ ਨਾਮ, ਤੇ ਇਸ ਤਰ੍ਹਾਂ ਦੇ ਨਾਮ ਅੱਗੇ ਲਿਆਂਦੇ ਜਾ ਰਹੇ ਆ।
ਪਰ ਇਹਨਾਂ ਦਾ ਖਤਰਾ ਨਹੀਂ ਸੀ। ਅਸਲ ਵਿੱਚ ਇਨਕਲਾਬੀ ਲਹਿਰਾਂ ਪੂਰੇ ਦੇਸ਼ ਵਿੱਚ ਉੱਠ ਰਹੀਆਂ ਸੀ। ਲੋਕ ਆਪਣੇ ਹੱਕਾਂ ਦੇ ਪ੍ਰਤੀ ਚੇਤਨ ਹੋ ਰਹੇ ਸੀ ਤੇ ਇਹਨਾਂ ਤੋਂ ਡਰ ਨਹੀਂ ਸੀ। ਇਹ ਜਿਹੜੀਆਂ ਇਹ ਪਾਰਟੀਆਂ, ਇਹ ਵੀ ਤਾਂ ਉਹਨਾਂ ਦੀਆਂ ਹੀ ਪਾਰਟੀਆਂ। ਉੱਤਰ ਕਾਟੋ ਮੈਂ ਚੜਾ, ਜਦ ਉਹਨਾਂ ਤੋਂ ਲੋਕ ਅੱਕ ਜਾਂਦੇ ਤੇ ਫਿਰ ਦੂਜੇ ਅੱਗੇ ਆ ਜਾਂਦੇ ਆ। ਫਰਕ ਤਾਂ ਉਹਨਾਂ ਦੇ ਵਿੱਚ ਕੋਈ ਨਹੀਂ ਹੈਗਾ। ਇਹ ਇੱਕੋ ਹੀ ਚੀਜ਼ ਆ। ਡਰ ਅਸਲ ਵਿੱਚ ਲੋਕਾਂ ਦੀ ਤਾਕਤ ਤੋਂ ਸੀਗਾ ਤੇ ਅੱਜ ਵੀ ਸਰਕਾਰ ਨੂੰ ਡਰ ਲੋਕਾਂ ਦੀ ਤਾਕਤ ਤੋਂ ਲੱਗ ਰਿਹਾ। ਅੱਜ ਵੀ ਬੇਸ਼ੱਕ ਮੋਦੀ ਆ, ਉਹ ਦਿੱਲੀ ਵਿੱਚ ਆ ਤੇ ਕੈਪਟਨ ਸਾਹਿਬ ਪੰਜਾਬ ਦੇ ਵਿੱਚ ਆ। ਅੱਜ ਦੇਖੋ ਕਿਸਾਨਾਂ ਦੇ ਉੱਤੇ ਜਾਂ ਪਿਛਲੇ ਦਿਨਾਂ ਵਿੱਚ ਕਿਵੇਂ ਉਹਦਾ ਜਿਹੜਾ ਵਤੀਰਾ, ਕਿਸ ਤਰ੍ਹਾਂ ਦਾ ਕਿਸਾਨ ਵਿਰੋਧੀ ਵਤੀਰਾ ਅੱਜ ਦੇ ਚੰਡੀਗੜ੍ਹ ਦੇ ਵੀ ਉੱਥੇ ਜਿਹੜਾ ਪੁਲਿਸ ਦਾ ਜਿਹੜਾ ਤਸ਼ੱਦਦ ਕਰਾਉਣਾ ਸਾਰਾ। ਸੋ ਇਹਦੇ ਵਿੱਚ ਕੋਈ ਫਰਕ ਨਹੀਂ। ਇਹ ਕਾਂਗਰਸ ਆ ਪੰਜਾਬ ਦੇ ਵਿੱਚ ਤੇ ਉਧਰ ਬੀਜੇਪੀ ਆ। ਇਹ ਤਾਂ ਸਾਹਮਣੇ ਇਸ ਵੇਲੇ ਦਿਸ ਰਹੀ ਹੈ ਗੱਲ। ਖਤਰਾ ਲੋਕਾਂ ਤੋਂ ਸੀ, ਲੋਕਾਂ ਦੀਆਂ ਜਥੇਬੰਦੀਆਂ ਤੋਂ ਸੀ। ਲੋਕ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ, ਸਟੂਡੈਂਟ ਤੇ ਨੌਜਵਾਨ ਜਿਹੜੀਆਂ ਸਭਾਵਾਂ ਸੀਆਂ ਪਿੰਡਾਂ ਦੇ ਵਿੱਚ, ਉਹ ਬਣੀਆਂ ਹੋਈਆਂ ਸੀ ਤੇ ਉਹ ਬਣਾ ਕੇ ਸਾਰੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸੀ ਆਪਣੀਆਂ ਹੱਕਾਂ ਲਈ, ਮੰਗਾਂ ਦੇ ਵਾਸਤੇ। ਤੇ ਇਹਦੇ ਕਰਕੇ ਇਹਨਾਂ ਨੂੰ ਜਿਹੜਾ ਬਦਲ ਉਹ ਹਾਕਮ ਜਮਾਤ ਦੇ ਕੋਲ ਅੱਗੇ ਹੈ ਨਹੀਂ ਸੀ। ਵੀ ਜੇ ਇੰਦਰਾ ਨਹੀਂ ਤਾਂ ਮੋਰੇ ਦੂਜੀ ਪਾਰਟੀ ਕਿਹੜੀ ਆ ਬਦਲਵੇਂ ਰੂਪ ਵਿੱਚ ਨੈਸ਼ਨਲ ਪੱਧਰ ਤੇ ਉੱਤੇ, ਵੀ ਜਿਹਨੂੰ ਅਸੀਂ ਲੈ ਕੇ ਆ ਜਾਈਏ ਤੇ ਇੰਦਰਾ ਦੀ ਜਗ੍ਹਾ ਅਸੀਂ ਉਹਨੂੰ ਪੇਸ਼ ਕਰੀਏ। ਇਸ ਕਰਕੇ ਇਹਨਾਂ ਦੀ ਮਜਬੂਰੀ ਬਣ ਗਈ ਐਮਰਜੈਂਸੀ ਲਾਉਣ ਦੀ ਕਿ ਬਈ ਸਿਰਫ ਸਾਡੇ ਕੋਲ ਇੰਦਰਾਈਆਂ, ਹੁਣ ਇਹਨੂੰ ਐਮਰਜੈਂਸੀ ਲਾ ਕੇ ਇੱਕਦਮ ਤੇ ਬਸ ਕਿਸੇ ਨੂੰ ਬੋਲਣ ਨਾ ਦਿਓ, ਗੱਲ ਖਤਮ। ਤੇ ਉਹ ਲੋਕਾਂ ਦੇ ਸਾਰੇ ਅਧਿਕਾਰ ਖੋਲ੍ਹ। ਤੁਸੀਂ ਖੁਦ ਮੀਡੀਆ ਦੇ ਨਾਲ ਲੰਬੇ ਸਮੇਂ ਤੋਂ ਇੰਡੀਆ ਵਿੱਚ ਵੀ ਜੁੜੇ ਰਹੇ ਆ ਤੇ ਅਖਬਾਰਾਂ ਦੇ ਉੱਤੇ ਵੀ ਸੈਂਸਰ ਲਾਤੀ, ਰੇਡੀਓ ਤੇ ਵੀ ਸੈਂਸਰ ਲਾਤੀ, ਟੈਲੀਵਿਜ਼ਨਾਂ ਤੇ ਲਾਤੀ। ਜਿਹੜੇ ਮੁੱਢਲੇ ਅਧਿਕਾਰ ਆ ਉਹ ਤਾਂ ਖੋਣੇ ਸੀ। ਹੋਰ ਵੀ ਹੱਕੀ ਜਿਹੜੇ ਅਧਿਕਾਰ ਲੋਕਾਂ ਦੇ ਹੈਗੇ ਆ ਉਹ ਵੀ ਸਾਰੇ ਖੋਲੇ ਸੀ। ਇੱਥੋਂ ਤੱਕ ਚੁੱਕ ਕੇ ਅੱਜ ਕੀ ਕਿਹਾ ਜਾਂਦਾ, ਅੱਜ ਵੀ ਮੀਡੀਆ ਇਹੀ ਪ੍ਰਚਾਰ ਦਾ, ਫਲਾਣੇ ਲੀਡਰ ਨੂੰ ਅੰਦਰ ਦੇ ਦਿੱਤਾ, ਅਕਾਲੀਆਂ ਦੇ ਲੀਡਰ ਨੂੰ ਅੰਦਰ ਦੇ ਦਿੱਤਾ, ਫਲਾਨਿਆਂ ਨੂੰ ਅੰਦਰ ਦੇ ਦਿੱਤਾ। ਨਹੀਂ, ਜਿਹੜੀਆਂ ਇਹ ਜਥੇਬੰਦੀਆਂ ਸੀ, ਅੱਜ ਡਰ ਕੇ ਤੋਂ ਲੱਗਦਾ, ਅੱਜ ਕਿਸਾਨ ਜਥੇਬੰਦੀਆਂ ਤੋਂ ਡਰ ਲੱਗਦਾ। ਇਹ ਸਰਕਾਰਾਂ ਹਿਲਦੀਆਂ ਜਥੇਬੰਦੀਆਂ ਤੋਂ, ਇਹ ਸਰਕਾਰਾਂ ਹਿਲਦੀਆਂ ਸੰਘਰਸ਼ ਤੋਂ, ਲੋਕਾਂ ਦੇ ਏਕੇ ਤੋਂ ਹਿਲਦੀਆਂ। ਜਿਹੜੀਆਂ ਉਹ ਸਿਰਫ ਲੀਡਰ ਨਹੀਂ ਸੀ ਫੜੇ, ਉਹ ਤਾਂ ਸਿਰਫ ਦਿਖਾਵਾ ਸੀ। ਉਹ ਤਾਂ ਇਹ ਕਲਾਸ ਵਿੱਚ ਬੈਠੇ ਸੀ ਜੇਲ੍ਹਾਂ ਦੇ ਵਿੱਚ, ਵਧੀਆ ਖਾਣਾ, ਵਧੀਆ ਸਾਰਾ ਪਹਿਨਣਾ, ਸਾਰਾ ਕੁਝ ਐਂਜੋਏ ਕਰਦੇ ਸੀ। ਤੇ ਜਿਹੜੇ ਸਟੂਡੈਂਟ ਫੜੇ ਗਏ, ਨੌਜਵਾਨ ਫੜੇ ਗਏ, ਕਿਸਾਨ ਫੜੇ ਗਏ, ਮਜ਼ਦੂਰ ਫੜੇ ਗਏ ਜਥੇਬੰਦੀਆਂ ਦੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ, ਬਾਕੀਆਂ ਦੇ ਵਾਰੰਟ ਕੱਢ ਦਿੱਤੇ। ਪੁਲਿਸ ਹਰਲ ਕਰਦੀ ਫਿਰਦੀ ਸੀ, ਉਹਨਾਂ ਦੇ ਘਰਦਿਆਂ ਨੂੰ ਤੰਗ ਕੀਤਾ ਗਿਆ। ਸਟੂਡੈਂਟ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਿਹੜੀ ਮੇਨ ਲੀਡਰਸ਼ਿਪ, ਜਿਹੜੀ ਐਕਟਿਵ ਲੀਡਰਸ਼ਿਪ, ਉਹਨੂੰ ਅਸੀਂ ਪੇਸ਼ ਨਹੀਂ ਕਰਾਵਾਂਗੇ। ਅਸੀਂ ਐਮਰਜੈਂਸੀ ਦਾ ਵਿਰੋਧ ਕਰਾਂਗੇ। ਅਗਰ ਅਸੀਂ ਇਸ ਤਰ੍ਹਾਂ ਇਹਨਾਂ ਦੀ ਮਰਜ਼ੀ ਦੇ ਮੁਤਾਬਕ ਪੇਸ਼ ਹੋ ਗਏ, ਗ੍ਰਿਫਤਾਰੀਆਂ ਦੇ ਦਿੱਤੀਆਂ, ਤੇ ਫਿਰ ਤੇ ਇਹਨਾਂ ਦਾ ਉੱਲੂ ਸਿੱਧਾ। ਫਿਰ ਐਮਰਜੈਂਸੀ ਦਾ ਵਿਰੋਧ ਕਿਵੇਂ ਅਸੀਂ ਕਰਾਂਗੇ? ਅਸੀਂ ਕਿਵੇਂ ਲੋਕਾਂ ਦੇ ਅੱਗੇ ਅਸਲੀਅਤ ਲਿਆ ਕੇ ਰੱਖਾਂਗੇ? ਤਾਂ ਕਰਕੇ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਮੇਨ ਲੀਡਰਸ਼ਿਪ ਸੀ, ਪੰਜਾਬ ਸਟੂਡੈਂਟ ਯੂਨੀਅਨ ਪ੍ਰਿੰਸੀਪਲ ਰੰਧਾਵਾ ਤੇ ਪੰਜਾਬ ਸਟੂਡੈਂਟ ਯੂਨੀਅਨ ਬਿੱਕਰ ਸਿੰਘ ਕੰਮੇਆਣਾ ਜਿਹਨੂੰ ਕਹਿੰਦੇ, ਤੇ ਇਹ ਦੋਨੋਂ ਯੂਨੀਅਨਾਂ ਨੇ ਆਪਣੇ ਆਗੂਆਂ ਨੂੰ, ਬੇਸ਼ੱਕ ਉਹ ਕਾਲਜ ਪੱਧਰ ਦੇ ਸੀ ਜਾਂ ਉਹ ਜ਼ਿਲ੍ਹਾ ਪੱਧਰੀ, ਜਿਨ੍ਹਾਂ ਨੂੰ ਅਸੀਂ ਜ਼ੋਨ ਪੱਧਰ ਉਸ ਵੇਲੇ ਆਗੂ ਕਹਿੰਦੇ ਸੀ, ਉਹਨਾਂ ਨੂੰ ਵੱਧ ਤੋਂ ਵੱਧ ਇਹੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਪੇਸ਼ ਨਹੀਂ ਕਰਾਉਣਾ। ਠੀਕ ਹੈ। ਤੇ ਸਰਕਾਰ ਦਾ ਵਿਰੋਧ ਕਰਨਾ, ਇਸ਼ਤਿਹਾਰਬਾਜ਼ੀ, ਰੈਲੀਆਂ, ਸਾਰਾ ਕੁਝ ਉਹ ਚੱਲਦਾ ਰਿਹਾ ਉਹਨਾਂ ਸਮਿਆਂ ਦੇ ਵਿੱਚ। ਤੇ ਕੰਧਾਂ ਦੇ ਉੱਤੇ ਨਾਅਰੇ ਲਿਖਣੇ, ਉਹ ਸਾਰਾ ਕੁਝ ਉਸ ਟਾਈਮ ਚੱਲਦਾ ਰਿਹਾ ਤੇ ਸਰਕਾਰ ਦੇ ਖਿਲਾਫ ਸਾਰਾ ਕੁਝ ਚੱਲਦਾ ਰਿਹਾ। ਤੇ ਉਹ ਤੋਂ ਵੱਧਦੀ ਗੱਲ ਇੱਕ ਟਾਈਮ ਇਹ ਆ ਗਈ, ਇਹਨਾਂ ਦੀ ਐਮਰਜੈਂਸੀ ਦੀ ਫੂਕ ਕੱਢ ਦਿੱਤੀ ਸੀ ਇਨਕਲਾਬੀ ਲੋਕਾਂ ਨੇ। ਸਟੂਡੈਂਟ ਕਾਲਜਾਂ ਦੇ ਵਿੱਚ ਸ਼ਰੇਆਮ ਫਿਰ ਹੜਤਾਲਾਂ ਤੱਕ ਪਹੁੰਚ ਗਏ, ਸੜਕਾਂ ਦੇ ਉੱਤੇ ਆ ਕੇ ਰੈਲੀਆਂ ਕਰਨ ਲੱਗ ਪਏ। ਜਿਵੇਂ ਅੱਜ ਵੀ ਕਿਸਾਨਾਂ ਦੇ ਵਾਰੰਟ ਕੱਢੇ, ਉਹਨਾਂ ਦੇ ਉੱਤੇ ਕੇਸ ਪਾਏ ਆ, ਪਰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ। ਅੱਜ ਵੀ ਕਿਸਾਨ ਸੜਕਾਂ ਦੇ ਉੱਤੇ ਆ ਜਾਂਦੇ, ਉਹ ਕਿਸਾਨਾਂ ਦੇ ਆਗੂ ਆ ਜਾਂਦੇ ਆ,
ਸੋ ਇਸ ਤਰ੍ਹਾਂ ਉਸ ਵਕਤ ਵੀ ਇਹ ਕੁਝ ਕੀਤਾ ਗਿਆ। ਜਿਹੜੀ ਅੱਜ ਐਮਰਜੈਂਸੀ, ਅਣਐਲਾਨੀ ਐਮਰਜੈਂਸੀ, ਇਹ ਉਹ ਤੋਂ ਵੀ ਭੈੜੀ ਆ। ਬੇਸ਼ੱਕ ਪਿਛਲੇ ਸਾਲ ਮੋਦੀ ਸਾਹਿਬ ਨੇ ਬਹੁਤ ਕੁਝ ਐਮਰਜੈਂਸੀ ਦੇ ਖਿਲਾਫ ਕਿਹਾ, ਉਹ ਸਿਰਫ ਜਾਨੀ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਆ ਅਸਲੀਅਤ ਸਾਰਿਆਂ ਦੇ ਸਾਹਮਣੇ ਆ। ਇਹ ਕੋਈ ਸਾਲ ਤੋਂ ਨਹੀਂ, ਜਦ ਤੱਕ ਇਹ ਰਾਜ ਭਾਗ ਦੇ ਉੱਤੇ ਆਇਆ, ਇਹਦੀ ਸਰਕਾਰ ਬਣੀ, ਜਦ ਤੋਂ ਇਹ ਇਸ ਪਾਸੇ ਚੱਲਿਆ ਹੋਇਆ। ਹਾਂਜੀ, ਇਹ ਮਲਕੀਤ ਜੀ ਇੱਕ ਸਵਾਲ ਮੇਰਾ ਬਣ ਗਿਆ, ਬਹੁਤ ਜ਼ਬਰਦਸਤ ਤੁਹਾਡੇ ਨਾਲ ਕਰਨ ਵਾਲੀ ਗੱਲ, ਕਿ ਹਾਂਜੀ ਵਿਰੋਧ ਤਾਂ ਐਮਰਜੈਂਸੀ ਦਾ ਕੀਤਾ, ਜਾਂ ਐਮਰਜੈਂਸੀ ਤੋਂ ਪਹਿਲਾਂ ਵੀ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀਗੇ ਉਹਨਾਂ ਨੇ ਇੱਕ ਇਹੋ ਜਿਹਾ ਪਿੜ ਬੰਨ੍ਹ ਦਿੱਤਾ ਸੀਗਾ ਜਿਹੜੀ ਜੀ ਬਹੁਤ ਵੱਡੀ ਰਾਜਸੀ ਤਬਦੀਲੀ ਜਿਹੜੀ ਸੀ ਆਉਣ ਦੇ ਸੰਭਾਵਨਾ ਗਿਣੀ ਜਾਂਦੀ ਸੀਗੀ। ਤੇ ਐਮਰਜੈਂਸੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਸੀਗਾ ਉਹਨਾਂ ਲੋਕਾਂ ਨੇ ਜਿਹੜੇ ਸੰਘਰਸ਼ ਕਰਦੇ ਸੀ ਵੱਖਰੇ ਵੱਖਰੇ ਫਰੰਟਾਂ ਤੇ, ਉਹਨਾਂ ਨੇ ਸੰਤਾਪ ਭੋਗਿਆ ਉਸ ਮਾਹੌਲ ਦਾ। ਸਭ ਤੋਂ ਵੱਧ ਤਸ਼ੱਦਦ ਉਹਨਾਂ ਤੇ ਹੋਏ, ਥਾਣਿਆਂ ਵਿੱਚ ਕਚਹਿਰੀਆਂ ਵਿੱਚ ਰੁਲੇ, ਸਭ ਤੋਂ ਵੱਧ ਉਹ ਜੇਲ੍ਹਾਂ 'ਚ ਬੰਦ ਰਹੇ। ਪਰ ਇੱਕ ਜਿਹੜੀ ਤਬਦੀਲੀ ਆਈ ਸੀ, ਰਾਜਨੀਤਿਕ ਤਬਦੀਲੀ ਆਈ, ਉਹਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਗਈਆਂ, ਨਾਨ ਕਾਂਗਰਸ ਪਾਰਟੀਆਂ ਜਿਹੜੀਆਂ ਸੀ, ਕਾਂਗਰਸ ਤੋਂ ਬਿਨਾਂ ਬਾਕੀ ਧੜੇ ਸਾਰੇ ਇਕੱਠੇ ਹੋ ਗਏ ਔਰ ਉਹਨਾਂ ਨੇ ਸਰਕਾਰ ਬਣਾ ਲਈ ਜਿਹੜੀ ਚੱਲੀ ਵੀ ਨਹੀਂ ਉਹਨਾਂ ਕੋਲੋਂ। ਇੱਕ ਤਾਂ ਇਹ ਗੱਲ ਮੈਂ ਚਾਹੂੰਗਾ ਕਿ ਇਹ ਇੱਕ ਕੀ ਉਹਨਾਂ ਰਾਜਨੀਤਿਕ ਧਿਰਾਂ ਦੀ ਮੌਕਾ ਪ੍ਰਸਤੀ ਸੀਗੀ, ਜਾਂ ਤੁਸੀਂ ਕੁਝ ਹੋਰ ਇਹਦੇ ਬਾਰੇ ਵਿਚਾਰ ਰੱਖਦੇ ਹੋ? ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਜੀ, ਤੁਸੀਂ ਹੁਣੇ ਨਕਸਲਵਾੜੀ ਮੂਵਮੈਂਟ ਦੀ ਗੱਲ ਕੀਤੀ ਜੀ। ਨਕਸਲੀ ਧਿਰਾਂ ਦੇ ਵਿੱਚੋਂ ਇੱਕ ਧਿਰ ਸੀਗੀ ਸਤਿਆ ਨਾਰਾਇਣ ਗਰੁੱਪ ਨੂੰ ਕਹਿੰਦੇ। ਸਤਿਆ ਨਾਰਾਇਣ ਗਰੁੱਪ ਨੇ ਇੱਕ ਐਲਾਨ ਕਰ ਦਿੱਤਾ ਐਮਰਜੈਂਸੀ ਤੋਂ ਬਾਅਦ ਕਿ ਹੁਣ ਜਿਹੜਾ ਸਾਰਾ ਮਾਹੌਲ ਠੀਕ ਹੋ ਗਿਆ ਤੇ ਸਾਨੂੰ ਆਪਦਾ ਸੰਘਰਸ਼ ਜਿਹੜਾ ਹਥਿਆਰਬੰਦ ਸੰਘਰਸ਼ ਸੀਗਾ, ਉਹ ਉਹਨਾਂ ਦਾ ਆਰਮ ਜਿਹੜੀਆਂ ਵੈਲ ਆਰਮਡ ਲੋਕ ਸੀਗੇ, ਉਹ ਵੀ ਸਾਨੂੰ ਉਹ ਸੰਘਰਸ਼ ਜਿਹੜਾ ਆਪਦਾ ਛੱਡ ਦੇਣਾ ਚਾਹੀਦਾ। ਔਰ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਆਪਦੇ ਹਥਿਆਰ ਜਿਹੜੇ ਸਰਕਾਰ ਦੇ ਮੋਹਰੇ ਸੁੱਟ ਦੇਣਾ। ਇਹ ਦੋ ਘਟਨਾਵਾਂ ਜਿਹੜੀਆਂ, ਇਹਦੇ ਬਾਰੇ ਮੈਂ ਜ਼ਰੂਰ ਚਾਹੂੰਗਾ ਆਪਾਂ ਗੱਲ ਕਰੀਏ। ਪਹਿਲੀ ਗੱਲ ਤਾਂ ਇਹ ਹੈ ਕਿ ਐਮਰਜੈਂਸੀ ਤੋਂ ਬਾਅਦ ਜੇਲ੍ਹਾਂ 'ਚ ਜਿਹੜੇ ਬੈਠੇ ਸੀਗੇ ਨਾਨ ਕਾਂਗਰਸ ਪੋਲੀਟੀਸ਼ੀਅਨ, ਉਹਨਾਂ ਨੇ ਇੱਕ ਵੱਖਰੀ ਪਾਰਟੀ, ਨਵੀਂ ਪਾਰਟੀ 'ਚ ਮਰਜਰ ਕਰ ਲਈ, ਜਨਤਾ ਪਾਰਟੀ ਬਣਾ ਲਈ। ਉਹ ਜਨਤਾ ਪਾਰਟੀ ਨੇ ਮੁੜ ਕੇ ਰਾਜ ਸੱਤਾ ਸੰਭਾਲ ਲਈ। ਇੱਕ ਤਾਂ ਕੀ ਮੇਰੇ ਹਿਸਾਬ ਨਾਲ ਇਹ ਮੌਕਾ ਪ੍ਰਸਤੀ ਸੀ ਰਾਜਨੀਤਿਕ ਲੋਕਾਂ ਦੀ, ਤੇ ਦੂਜਾ ਜਿਹੜਾ ਸੀ ਸਤਿਆ ਨਾਰਾਇਣ ਵੱਲੋਂ ਜਿਹੜੀ ਉਹ ਗੋਡੇ ਟੇਕੂ ਨੀਤੀ, ਇਹਨਾਂ ਦੀ ਕੈਮਿਸਟਾਂ ਦੀ ਭਾਸ਼ਾ 'ਚ ਹੁੰਦੀ ਹੈ ਜੀ, ਵੀ ਗੋਡੇ ਟੇਕੂ ਨੀਤੀ ਰਾਹੀਂ ਤਹਿਤ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਹਥਿਆਰ ਸੁੱਟ ਦੇਣਾ। ਹਾਂਜੀ, ਮੈਂ ਮਤਲਬ ਇੱਕ ਗੱਲ ਰਹਿ ਗਈ ਸੀ ਗੱਲ ਕਰਦਿਆਂ ਜਿੱਥੇ ਮੈਂ ਜਥੇਬੰਦੀਆਂ ਦਾ ਨਾਮ ਲਿਆ ਵੀ ਇਹ ਵਿਰੋਧ ਕਰਦੇ ਸੀ ਤੇ ਇਹਨਾਂ ਨੇ ਗ੍ਰਿਫਤਾਰੀਆਂ ਨਹੀਂ ਦਿੱਤੀਆਂ, ਉੱਥੇ ਜਿਹੜੀਆਂ ਨਕਸਲਵਾੜੀ ਸਿਆਸਤ ਦੇ ਨਾਲ ਸੰਬੰਧਿਤ ਧਿਰਾਂ ਸੀ, ਉਹ ਤਾਂ ਪਹਿਲਾਂ ਹੀ ਉਹ ਜਥੇਬੰਦੀਆਂ ਅੰਡਰਗਰਾਉਂਡ ਸੀ। ਉਹਨਾਂ ਨੇ ਵੀ ਗ੍ਰਿਫਤਾਰੀਆਂ ਤਾਂ ਕੀ ਦੇਣੀਆਂ, ਉਹ ਤਾਂ ਪਹਿਲਾਂ ਹੀ ਅੰਡਰਗਰਾਉਂਡ ਆ। ਤੇ ਉਹਨਾਂ ਨੇ ਵੀ ਆਪਣੀਆਂ ਐਕਟੀਵਿਟੀਆਂ ਚਾਲੂ ਰੱਖੀਆਂ ਤੇ ਬਹੁਤ ਸਾਰੇ ਪਿੰਡਾਂ ਵਿੱਚ, ਜਾਣੀ ਤਕਰੀਬਨ ਪੂਰੇ ਪੰਜਾਬ ਦੇ ਕੁਝ ਪਿੰਡ ਰਹਿ ਗਏ ਹੋਗੇ ਵੀ ਨਾਅਰੇ ਵਗੈਰਾ ਲਿਖੇ ਗਏ। ਉਹਨਾਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਨਾਅਰੇ ਲਿਖੇ ਆ ਐਮਰਜੈਂਸੀ ਦੇ ਖਿਲਾਫ, ਜਾਣੀ ਜੋ ਵੀ ਕਾਰਵਾਈਆਂ ਜਾਂ ਅੰਡਰਗਰਾਉਂਡ ਦੇ ਤੌਰ ਦੇ ਉੱਤੇ ਮੀਟਿੰਗਾਂ ਸ਼ੀਟਿੰਗਾਂ ਜੋ ਵੀ ਲੋਕਾਂ ਨਾਲ ਮੇਲ ਮਿਲਾਪ ਨਹੀਂ, ਉਸੇ ਤਰ੍ਹਾਂ ਚਾਲੂ ਰੱਖਿਆ, ਬਰਕਰਾਰ ਰੱਖਿਆ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਨੇ ਪ੍ਰਾਪੇਗੰਡਾ ਆਪਣਾ ਜਾਰੀ ਰੱਖਿਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੀ ਵਿਰੋਧੀ ਧਿਰਾਂ, ਜਿਹੜੀ ਮੌਕਾ ਪ੍ਰਸਤ ਸਿਆਸੀ ਜਿਹੜੀਆਂ ਇਹ ਵਿਰੋਧੀ ਧਿਰਾਂ, ਅੱਜ ਵੀ ਮੌਕਾ ਪ੍ਰਸਤ ਸਿਆਸੀ ਧਿਰਾਂ ਸੰਘਰਸ਼ ਕੋਈ ਲੜਦਾ ਆ। ਬੇਚੈਨੀ ਲੋਕਾਂ ਵਿੱਚ ਕਿਹੜੀ ਗੱਲ ਦੇ ਕਰਕੇ ਆ? ਬੇਚੈਨ ਲੋਕ ਤਾਂ ਬੈਠੇ ਉੱਥੇ ਦਿੱਲੀ ਜਾਂ ਪੰਜਾਬ ਜਾਂ ਹੋਰ ਸੂਬਿਆਂ ਦੇ ਵਿੱਚ ਸੜਕਾਂ ਦੇ ਉੱਤੇ ਨਿੱਤਰੇ ਹੋ ਆ ਤੇ ਉਹ ਆਪਣੇ ਹੱਕਾਂ ਲਈ ਲੜਦੇ ਆ। ਇਸ ਬੇਚੈਨੀ ਨੂੰ ਕੈਸ਼ ਕਰਨ ਲਈ ਸਾਰੀਆਂ ਮੌਕਾ ਪ੍ਰਸਤ ਧਿਰਾਂ ਉਹ ਕਾਹਲੀਆਂ ਪਈਆਂ। ਕੋਈ ਨਵੀਂ ਪਾਰਟੀ ਬਣਾ ਲੈਂਦਾ ਆ, ਕੋਈ ਕਿਸੇ ਤਰ੍ਹਾਂ, ਕੋਈ ਰਾਜੇਵਾਲ ਦਾ ਨਾਂ ਵਰਤਦਾ ਜੀ ਇਹ ਹੁਣ ਆਮ ਆਦਮੀ ਪਾਰਟੀ 'ਚ ਆ ਜਾਣਾ। ਤੇ ਅੱਜ ਹੀ ਰਾਜੇਵਾਲ ਦੀ ਸਟੇਟਮੈਂਟ ਸੁਣੀ ਆ ਮੀਡੀਆ ਦੇ ਉੱਤੇ, ਉਹ ਬੋਲ ਰਹੇ ਆ, ਉਹ ਕਹਿੰਦੇ ਵੀ ਬੀਜੇਪੀ ਦੀ ਸ਼ਰਾਰਤ ਆ। ਸੋ ਇਸ ਤਰ੍ਹਾਂ ਬਦਨਾਮ, ਇੱਕ ਪਾਸੇ ਬਦਨਾਮ ਕਰੋ, ਦੂਸਰੇ ਪਾਸੇ ਤੇ ਜਾਣੀ ਅੱਜ ਵੀ
ਉਸ ਮਾਹੌਲ ਨੂੰ ਵਰਤਣ ਦੀ ਕੋਸ਼ਿਸ਼, ਬੇਚੈਨੀ ਨੂੰ ਵਰਤਣ ਦੀ ਕੋਸ਼ਿਸ਼ ਦੇ ਵਿੱਚ ਆ। ਜਿਹੜੀ ਬੇਚੈਨੀ ਆ ਉਹ ਸੰਘਰਸ਼ਾਂ ਦੇ ਰਾਹੀਂ ਫੁੱਟ ਰਹੀ ਆ। ਸਰਕਾਰਾਂ ਨਹੀਂ ਚਾਹੁੰਦੀਆਂ, ਹਾਕਮ ਜਮਾਤਾਂ ਇਹੀ ਚਾਹੁੰਦੀਆਂ ਵੀ ਸੰਘਰਸ਼ ਨਾ ਹੋਣ, ਇਹ ਆਪਣਾ ਵੋਟ ਪਾਉਣ ਤੇ ਇਹ ਟੈਕ ਕੇ ਬਹਿ ਜਾਣ ਤਾਂ ਇਹ ਚੁਣ ਲੈਣ ਜਿਹੜੇ ਚੁਣਨਾ ਇਹਨਾਂ ਦੇ ਵਿੱਚੋਂ। ਉਹਨਾਂ ਨੂੰ ਪਤਾ ਵੀ ਜਿਹੜੇ ਚੁਣ ਕੇ ਭੇਜਣੇ ਉਹ ਸਾਡੇ ਹੀ ਬੰਦੇ ਹੋਣੇ ਆ, ਉਹ ਸਾਡੇ ਬੰਦੇ ਹੋਣੇ ਆ, ਭਾਵੇਂ ਕਿਸੇ ਵੀ ਪਾਰਟੀ ਦੇ ਨਾਂ ਦੇ ਥੱਲੇ ਹੋਣ। ਸਾਡੀਆਂ ਪਾਲਿਸੀਆਂ ਉਹਨਾਂ ਨੇ ਲਾਗੂ ਕਰਨੀਆਂ ਤੇ ਸਾਨੂੰ ਹੀ ਮੌਜਾਂ ਲੱਗਣੀਆਂ ਤੇ ਇਹਦੇ ਵਿੱਚ ਲੋਕਾਂ ਦਾ ਕੁਝ ਨਹੀਂ ਸਵਾਰ ਹੋਣ ਵਾਲਾ। ਇਹਦੇ ਵਿੱਚ ਲੋਕ ਗੁੰਮਰਾਹ ਹੋ ਜਾਂਦੇ ਆ ਜੀ। ਸੋ ਉਸ ਵਕਤ ਵੀ ਬੇਚੈਨੀ ਨੂੰ ਜਿਹੜੀ ਵਰਤਿਆ ਜੈ ਪ੍ਰਕਾਸ਼ ਨਰੈਣ ਨੇ, ਖਾਸ ਕਰਕੇ ਉਹਨੇ ਸਟੂਡੈਂਟਾਂ ਦੀ ਲਹਿਰ ਦੇ ਵਿੱਚ, ਸਟੂਡੈਂਟਾਂ ਨੂੰ ਜੋੜਨ ਵਿੱਚ ਉਹ ਇੱਕਦਮ ਜਦੋਂ ਬੇਚੈਨੀ ਹੁੰਦੀ ਨਾ ਫਿਰ ਲੋਕ ਕੋਈ ਲੱਭਦੇ ਆ ਰਸਤਾ। ਤੇ ਉਹ ਮੀਡੀਆ ਨੇ ਚੱਕਿਆ, ਮੀਡੀਆ ਚੱਕਦਾ ਜਿਹੜੀ ਲੀਡਰ ਨੂੰ ਉਹ ਧਰਤੀ ਤੋਂ ਅਸਮਾਨ ਤੇ ਚਾੜ ਦਿੰਦਾ। ਉਹਨਾਂ ਨੂੰ ਪਤਾ ਉਹ ਲੜ ਰਹੀਆਂ ਸੀ, ਉਹਨਾਂ ਨੂੰ ਨਹੀਂ ਮੀਡੀਆ ਨੇ ਚਾੜਿਆ। ਜੈ ਪ੍ਰਕਾਸ਼ ਨਰੈਣ ਨੂੰ ਮਸ਼ਹੂਰ ਕਰ ਦਿੱਤਾ ਪੂਰੇ ਭਾਰਤ ਵਿੱਚ। ਕਿਸੇ ਵੇਲੇ ਅੰਨਾ ਹਜ਼ਾਰੇ ਨੂੰ ਮਸ਼ਹੂਰ ਕਰ ਦਿੱਤਾ, ਕੇਜਰੀਵਾਲ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ। ਉਹਨਾਂ ਨੂੰ ਪਤਾ ਸੀ ਵੀ ਸਾਡੇ ਅੱਜ ਚੁੱਪ ਕਰਕੇ ਬੈਠੇ ਆ। ਤੇ ਇਸ ਤਰ੍ਹਾਂ ਜਿਹੜੀ ਜੈ ਪ੍ਰਕਾਸ਼ ਨਰੈਣ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਨੂੰ ਪਤਾ ਸੀ ਵੀ ਬੰਦਾ ਸਾਡਾ, ਤੇ ਸੱਤਿਆ ਨਰੈਣ ਦੇ ਕੋਲੋਂ ਹਥਿਆਰ ਸਟਾਉਣ ਦੇ ਜਿਹੜਾ ਸਹਾਈ ਹੋਇਆ ਸੰਨ 77 ਦੇ ਵਿੱਚ ਜਦੋਂ ਐਮਰਜੈਂਸੀ ਹਟਦੀ ਆ, ਉਸ ਵਕਤ ਫਿਰ ਬੀਜੇਪੀ ਦਾ ਐਲਾਨ ਕੀਤਾ ਗਿਆ। ਜਿਹੜੇ ਸੰਘੀ ਘਰਾਣੇ ਸੀਗੇ ਉਹਨਾਂ ਨੇ ਬੀਜੇਪੀ ਗਠਿਤ ਕੀਤੀ, ਜਿਹੜੀਆਂ ਬਾਕੀ ਹੋਰ ਸਿਆਸੀ ਧਿਰਾਂ ਸੀ ਸਾਰੇ ਇਕਮੁੱਠ ਹੋ ਗਏ, ਇਕੱਠੇ ਹੋ ਗਏ। ਜੇਲ੍ਹ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਜਿਹੜੇ ਵਾਧੂ ਇਹਨਾਂ ਦੇ ਵਿਰੋਧ ਸੀ ਉਹ ਇਹਨਾਂ ਨੇ ਆਪਸ ਵਿੱਚ ਦੇਖਿਆ ਵੀ ਯਾਰ ਤੇਰੇ ਵੀ ਕੁੱਟ ਪੈਂਦੀ, ਮੇਰੇ ਵੀ ਪੈਂਦੀ, ਤੇਰੇ ਤੇ ਵੀ ਕੇਸ ਬਣੇ, ਉਹ ਮੇਰੇ ਤੇ ਵੀ, ਆਪਾਂ ਕਿਉਂ ਨਾ ਇਕੱਠੇ ਹੋ ਕੇ। ਇਹਨੀ ਕਿਹੜਾ ਡਾਂਗੋ ਡਾਂਗੀ ਹੋਣਾ ਸੀ ਸਰਕਾਰ ਦੇ ਨਾਲ, ਇੰਦਰਾਂ ਦੇ ਨਾਲ। ਇਹਨਾਂ ਨੇ ਤਾਂ ਇਲੈਕਸ਼ਨ ਲੜਨੀ ਸੀ ਵੀ ਆਪਾਂ ਇਕੱਠੇ ਹੋ ਕੇ ਇਲੈਕਸ਼ਨ ਲੜ ਲੈਂਦੇ ਆ ਵੀ ਆਪਣਾ ਸੂਤ ਆ ਜਾਊ। ਉਹ ਇਹਨਾਂ ਦਾ ਸੂਤ ਆ ਗਿਆ ਸੀ ਉਸ ਵਕਤ। ਉਸ ਵਕਤ ਇੰਨਾ ਸੂਤ ਆਇਆ, ਅੱਜ ਵੀ ਸੂਤ ਆ ਸਕਦਾ, ਅੱਜ ਵੀ ਉਹੀ ਝਾਕਾ ਆ। ਕਿਸਾਨ ਸੰਘਰਸ਼ ਦਾ ਨਾਂ ਲੈ ਕੇ ਕੋਈ ਵੀ ਪਾਰਟੀ ਜਾਣੀ ਕੋਈ ਵੀ ਲੀਡਰ ਉਹ ਅੱਗੇ ਆ ਸਕਦਾ। ਠੀਕ ਹੈ, ਪਰ ਉਹਨਾਂ ਦੀ ਬੇਬਸੀ ਹੋਈ ਪਈ ਆ ਵੀ ਅਸੀਂ ਹੁਣ ਕਿਸਾਨ ਸੰਘਰਸ਼ ਨੂੰ ਵਰਤੀਏ ਕਿੱਦਾਂ। ਕਿਉਂਕਿ ਲੋਕਾਂ ਨੇ ਸਵਾਲ ਪੁੱਛਣੇ ਵੀ ਭਾਈ ਤੇਰੀ ਕਿਸਾਨ ਸੰਘਰਸ਼ ਨੂੰ ਕੀ ਦੇਣ ਆ। ਇਹ ਤਾਂ ਸਾਲ ਦੇ ਲਗਭਗ ਹੋ ਚੱਲੀ ਆ, ਐ ਲਗਾਤਾਰ ਮੂਵਮੈਂਟ ਮਗੀ ਪਈ ਆ। ਤੇਰੀ ਕੀ ਦੇਣ ਆ ਜਿਹੜਾ ਤੈਨੂੰ ਅਸੀਂ ਵੋਟ ਪਾਈਏ। ਤੂੰ ਵੋਟਾਂ ਦਾ ਮਾਰਾ ਜਾਣ ਕੇ ਕਿਸਾਨ ਸੰਘਰਸ਼ ਦਾ ਨਾਂ ਵਰਤ ਰਿਹਾ। ਸੋ ਇਹ ਸਿਆਸਤਦਾਨ ਬੜੇ ਕਲੈਵਰ ਹੁੰਦੇ, ਬੜੇ ਸ਼ੈਤਾਨ ਹੁੰਦੇ ਆ। ਇਹ ਅੱਗੇ ਵਾਲਾ ਵੇਲਾ ਨਹੀਂ ਰਿਹਾ, ਸੰਨ 77 ਵਾਲਾ ਨਹੀਂ ਰਿਹਾ। ਅੱਜ 2021 ਵਿੱਚ ਬੈਠੇ ਆ ਤੇ ਜਿਹੜਾ ਸੰਘਰਸ਼ ਆ ਪੰਜਾਬ ਦੇ ਵਿੱਚ ਵੀ ਮਗਿਆ, ਹਰਿਆਣੇ ਵਿੱਚ ਵੀ, ਯੂਪੀ ਤੇ ਹੋਰ ਸਟੇਟਾਂ ਦੇ ਵਿੱਚ ਵੀ ਮਗਿਆ ਆ। ਤੇ ਜਿੱਥੇ ਬੀਜੇਪੀ ਨੇ ਵੀ ਕਾਫੀ ਸੱਟਾਂ ਖਾਧੀਆਂ, ਕਾਫੀ ਹਾਰਾਂ ਹੋਈਆਂ, ਤੇ ਇਹ ਵੀ ਆਪਣੇ ਸਾਹਮਣੇ ਆ। ਅੱਜ ਵੀ ਜਿੱਥੇ ਇਕਨੋਮਿਕਲ ਜਿਹੜਾ ਸੰਕਟ ਆ, ਆਰਥਿਕ ਸੰਕਟ ਜਿੱਥੇ ਡੂੰਘਾ ਹੋਇਆ, ਉੱਥੇ ਸਿਆਸੀ ਸੰਕਟ, ਇਹਨਾਂ ਦਾ ਆਪਸੀ ਰਾਜਨੀਤਿਕ ਸੰਕਟ, ਉਹ ਸਾਰਾ ਉਹ ਡੂੰਘਾ ਹੋ ਚੁੱਕਾ। ਹੁਣ ਇਹਨਾਂ ਨੂੰ ਹੋਰ ਕੋਈ ਪਾਸਾ ਦੀਦਾ ਨਹੀਂ। ਤੇ ਹੋ ਸਕਦਾ ਇੰਦਰਾ ਗਾਂਧੀ ਵਾਲੇ ਇਤਿਹਾਸ ਨੂੰ, ਭਲਕ ਨੂੰ ਆਉਣ ਵਾਲੇ ਸਮੇਂ ਅੱਜ ਦਾ ਪ੍ਰਧਾਨ ਮੰਤਰੀ ਉਹ ਫੇਰ ਦੁਹਰਾ ਸਕਦਾ, ਕਿਉਂਕਿ ਹਾਕਮ ਜਮਾਤਾਂ ਦੇ ਕੋਲ ਬਦਲਵਾਂ ਹੋਰ ਕੋਈ ਹੈ ਨਹੀਂ, ਬਦਲਵੀਂ ਧਿਰ ਹੈ ਨਹੀਂ ਓਡੀ ਵੱਡੀ ਜਿੱਡੀ ਚਾਹੀਦੀ ਆ। ਹਾਂਜੀ, ਬਲਕਿ ਜੀ 46 ਸਾਲ ਬਾਅਦ ਐਮਰਜੈਂਸੀ ਲੱਗਣ ਤੋਂ 46 ਈਅਰ ਬਾਅਦ ਅਸੀਂ ਉਸ ਟੌਪਿਕ ਤੇ ਦੁਬਾਰਾ ਗੱਲ ਕਰਦੇ ਪਏ ਹਾਂ ਤੇ ਅੱਜ ਦੇ ਹਾਲਾਤ ਨਾਲ ਜੋੜਦੇ ਪਏ ਆ, ਜੋੜ ਕੇ ਉਹਦਾ ਮੈਕਸਿਸ ਰਜਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਜਿਹੜੀ ਹਾਲਤ ਬਣੀ ਹੋਈ ਹੈ ਉਹਦੇ ਵਿੱਚ ਜਦੋਂ ਉਸ ਵੇਲੇ, ਮੈਂ ਪਹਿਲਾਂ ਤੁਹਾਨੂੰ ਜਿਹੜਾ ਸਵਾਲ ਕੀਤਾ ਤੁਸੀਂ ਜਵਾਬ ਦਿੱਤਾ ਬਹੁਤ ਵਧੀਆ ਉਹਦਾ, ਕਿ ਰਾਜਨੀਤਿਕ ਪਾਰਟੀਆਂ ਜਿਹੜੀ ਸੀ ਮੌਕਾ ਪ੍ਰਸਤੀ ਉਹਨਾਂ ਨੇ ਕੀਤੀ ਔਰ ਲੋਕਾਂ ਦੇ ਨਾਲ ਉਹਨਾਂ ਨੇ ਇਹ ਵਾਅਦੇ ਕੀਤੇ ਕਿ ਅਸੀਂ ਨਾਨ ਕਾਂਗਰਸ ਪਾਰਟੀਆਂ ਜਿਹੜੀਆਂ ਸਾਰੀਆਂ ਇਕੱਠੀਆਂ ਹੋ ਕੇ ਦੇਸ਼ ਨੂੰ ਕਾਂਗਰਸ ਤੋਂ ਵਧੀਆ, ਇੰਦਰਾ ਤੋਂ ਵਧੀਆ ਚਲਾਵਾਂਗੇ। ਪਰ ਨਹੀਂ ਚਲਾ ਸਕੇ, ਛੇਤੀ ਫੂਕ ਨਿਕਲ ਗਈ ਔਰ ਮੁੜ ਕੇ ਦੁਬਾਰਾ ਕਾਬਜ ਹੋ ਗਈ ਇੰਦਰਾ ਗਾਂਧੀ। ਠੀਕ ਹੈ ਜੀ। ਹੁਣ ਅੱਜ ਜੋ ਹਾਲਾਤ ਬਣੇ ਹੋਏ ਆ ਉਹ 46 ਸਾਲਾਂ ਬਾਅਦ, ਅੱਧੀ ਸਦੀ ਲਗਭਗ ਹੋ ਗਈ। ਠੀਕ ਹੈ ਜੀ, ਹੋਣ ਜਾ ਰਹੀ ਆ। ਜਦੋਂ 2025 ਆਉਣਾ ਤੇ 50 ਸਾਲ ਹੋ ਜਾਣੇ ਉਸ ਘਟਨਾ ਨੂੰ। 50 ਸਾਲ। ਹਾਂਜੀ,
ਅਸੀਂ ਉਸ ਘਟਨਾ ਦੇ ਗਵਾਹ ਹੈਗੇ ਆ, ਜਦੋਂ ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ, ਆਮ ਲੋਕਾਂ ਨੇ ਉਹ ਤਸ਼ੱਦਦ ਝੱਲਿਆ ਐਮਰਜੈਂਸੀ ਅਸੀਂ ਆਪ ਹੰਡਾਇਆ ਜੀ, ਸਾਰੀ ਐਮਰਜੈਂਸੀ ਅਸੀਂ ਆਪ ਘਰੋਂ ਬਾਹਰ ਰਹੇ। ਸਾਡੇ ਘਰਦਿਆਂ ਦੇ ਉੱਤੇ ਜ਼ੁਲਮ ਹੋਏ ਆ, ਪਸ਼ੂ ਡੰਗਰ ਬੱਚਾ ਸਭ ਖੋਲ ਕੇ ਲੈ ਜਾਂਦੇ ਸੀ, ਘਰਦਿਆਂ ਨੂੰ ਫੜ ਕੇ ਥਾਣੇ ਬਿਠਾ ਲੈਂਦੇ ਸੀ। ਬਿਲਕੁਲ ਜੀ, ਜਿਨ੍ਹਾਂ ਦੇ ਮੁੰਡੇ ਧੀਆਂ ਪੁੱਤਰ ਕਾਲਜਾਂ ਦੇ ਵਿੱਚ ਸਟੂਡੈਂਟ ਯੂਨੀਅਨ 'ਚ ਸਰਗਰਮ ਹੁੰਦਾ ਸੀ, ਉਹਨਾਂ ਦੇ ਮਾਪਿਆਂ ਨੂੰ ਪੁੱਛੋ, ਉਹਨਾਂ ਦੀ ਜਦੋਂ ਖੌਫੀਏ ਪੁਲਿਸ ਨੇ ਆ ਕੇ ਉਹਨਾਂ ਦੇ ਡੰਗਰ ਖੋਲ ਦੇਣੇ, ਲੈ ਜਾਣੇ ਹਿੱਕ ਕੇ, ਤੇ ਮੁੜ ਕੇ ਗਾਂਹ ਜਾ ਕੇ ਭਾਵੇਂ ਉਹ ਛੱਡ ਦੇਣ ਵੱਖਰੀ ਗੱਲ ਆ, ਪਰ ਇੱਕ ਵਾਰੀ ਤਾਂ ਘਰਦਿਆਂ ਨੂੰ ਭੱਜਣਾ ਪਾਉਂਦੇ ਸੀ ਵੀ ਧੀਆਂ ਪੁੱਤਾਂ, ਜਵਾਨ ਧੀਆਂ ਜਿਹੜੀਆਂ, ਉਹਨਾਂ ਦੀ ਰਾਖੀ ਕਰਨੀ ਵੀ ਬੜੀ ਉਸ ਸਮੇਂ ਦੇ ਵਿੱਚ ਔਖੀ ਵੀ ਸੀ, ਇੰਪੋਰਟੈਂਟ ਵੀ ਸੀ, ਆਲਵੇਜ਼ ਇੰਪੋਰਟੈਂਟ। ਰਿਸ਼ਤੇਦਾਰਾਂ ਤੱਕ ਇਹਨਾਂ ਨੇ ਦੌੜਾਂ ਲਾਈਆਂ ਜੀ, ਰਿਸ਼ਤੇਦਾਰਾਂ ਤੱਕ ਦੌੜਾਂ ਲਾਈਆਂ, ਜਿੱਦਾਂ ਕੋਈ ਬਹੁਤ ਕੋਈ ਕ੍ਰਾਈਮ ਕੀਤਾ ਹੋਵੇ, ਬਹੁਤ ਕੋਈ ਜਿੱਦਾਂ ਵੀ ਗੁਨਾਹ ਕੀਤਾ ਹੋਵੇ, ਬੰਦੇ ਨੇ ਕੋਈ ਕਤਲ ਕੀਤੇ ਹੋਣ, ਵੀ ਬਹੁਤ ਖਤਰਨਾਕ ਭਗੌੜਾ ਆ, ਇਸ ਤਰ੍ਹਾਂ ਸਾਰਿਆਂ ਦੇ ਮਗਰ ਏਦਾਂ ਦੌੜਾਂ ਲਾਈਆਂ ਤੇ ਡਰਾਵੇ ਦਿੱਤੇ ਗਏ, ਜਾਨੀ ਰਿਸ਼ਤੇਦਾਰਾਂ ਨੂੰ ਵੀ ਡਰਾਉਣ ਦੀਆਂ, ਪਰਿਵਾਰ ਨੂੰ ਡਰਾਉਣ ਦੀਆਂ। ਇੱਥੋਂ ਤੱਕ ਪਰਿਵਾਰ ਨੇ ਉਹਨਾਂ ਦੇ ਪੁਲਿਸ ਦੇ ਜ਼ੁਲਮ ਤੋਂ, ਮੈਂ ਆਪਣੀ ਜੇ ਕਹਾਣੀ ਦੱਸਾਂ, ਇਸ ਤਰ੍ਹਾਂ ਹੋਰ ਵੀ ਕਈਆਂ ਨਾਲ ਵਾਪਰਿਆ ਹੋਊਗਾ, ਤੇ ਪਰਿਵਾਰ ਨੇ ਆਪਣੇ ਆਪ ਨੂੰ ਸਰਕਾਰ ਦੇ ਜ਼ੁਲਮ ਤੋਂ ਬਚਾਉਣ ਦੇ ਲਈ ਮੇਰੇ ਬਾਪ ਦੇ ਉੱਤੇ ਜ਼ੋਰ ਪਾਇਆ ਭਰਾਵਾਂ ਨੇ ਕਿ ਇਹਨੂੰ ਬੇਦਖਲ ਕਰ ਦਿਓ ਤਾਂ ਸਾਡੇ ਛੁਟਕਾਰਾ ਹੋਣਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਵੇਂ ਬੇਦਖਲ ਕਰ ਦਿਓ, ਤੁਹਾਡਾ ਛੁਟਕਾਰਾ ਨਹੀਂ ਹੋਣਾ, ਤੁਹਾਡੇ ਨਾਲ ਇਹੀ ਸਾਰਾ ਕੁਝ ਚੱਲੀ ਜਾਣਾ, ਉਹ ਤੁਹਾਡੀ ਮਰਜ਼ੀ ਆ, ਬਈ ਮੈਨੂੰ ਕੋਈ ਫਰਕ ਨਹੀਂ ਪੈਂਦਾ, ਬੇਦਖਲ ਕਰੋ ਚਾਹੇ ਦਖਲ ਰਹਿਣ, ਜੋ ਮਰਜ਼ੀ ਕਰੋ। ਉਹ ਉਹੀ ਹੋਇਆ, ਉਹਨਾਂ ਨੇ ਬੇਦਖਲ ਤਾਂ ਕਰ ਦਿੱਤਾ, ਪਰ ਪੁਲਿਸ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਉਸੇ ਤਰ੍ਹਾਂ ਤੰਗ ਕਰਦੀ ਰਹੀ। ਉਹੀ ਬੇਦਖਲੀ ਵੀ ਹੋ ਗਈ, ਪਰਿਵਾਰ ਵੱਲੋਂ ਵੀ ਟੁੱਟ ਗਏ, ਤੇ ਸਰਕਾਰ ਨੇ ਪਿੱਛਾ ਵੀ ਨਹੀਂ ਛੱਡਿਆ। ਜਾਨੀ ਇਹ ਸਰਕਾਰ ਦਾ ਇਹ ਮਤਲਬ ਹੁੰਦਾ ਵੀ ਬੰਦੇ ਨੂੰ ਐ ਤੋੜ ਕੇ ਰੱਖ ਦਿਓ, ਵੀ ਬੰਦਾ, ਬਿਲਕੁਲ ਬਿਲਕੁਲ, ਮਤਲਬ ਉਹਨਾਂ ਦਾ ਇਹੀ। ਯਾਨੀ ਇੱਥੇ ਤੱਕ ਸਰਕਾਰ ਹੋ ਜਾਂਦੀ ਬੇਸ਼ਰਮ ਭਾਜੀ, ਘਰਾਂ ਦੀਆਂ ਔਰਤਾਂ ਨੂੰ ਵੀ ਉਹ ਫੜ ਕੇ ਥਾਣੇ ਬਿਠਾ ਲੈਂਦੇ ਆ, ਬਿਲਕੁਲ ਬਿਨਾਂ ਵਜ੍ਹਾ ਬਿਠਾਉਂਦੇ ਸੀ। ਇਹ ਐਮਰਜੈਂਸੀ ਦੇ ਵਿੱਚ ਹੋਇਆ, ਇਹ ਅੱਜ ਵੀ ਹੋ ਰਿਹਾ। ਹਾਂਜੀ ਹਾਂਜੀ, ਚਲੋ ਅੱਜ ਵੀ ਹੋ ਰਿਹਾ। ਮੈਂ ਮਲਕੀਤ ਜੀ ਉੱਥੇ ਆਉਣਾ ਚਾਹੁੰਦਾ ਸੀਗਾ ਕਿ ਜੀ ਉਸ ਸਮੇਂ ਦੀਆਂ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਨੇ, ਨਾਨ ਕਾਂਗਰਸ ਪਾਰਟੀਆਂ ਨੇ ਇਹੋ ਜਿਹਾ ਜਿਹੜਾ ਸੀ ਪ੍ਰਪੰਚ ਰਚਿਆ ਕਿ ਲੋਕਾਂ ਨੂੰ ਕੋਸ਼ਿਸ਼ ਕਰਕੇ ਮੂਰਖ ਬਣਾ ਕੇ, ਕਹਿ ਲਓ, ਵੋਟਾਂ ਦੇ ਵਿੱਚ ਉਲਝਾ ਕੇ, ਤੇ ਇੱਕ ਨਵੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਬਹੁਤਾ ਚਿਰ ਨਹੀਂ ਚੱਲ ਸਕੀ। ਅੱਜ ਵੀ ਹਾਲਾਤ ਉਸ ਤਰੀਕੇ ਦੇ ਹੈਗੇ ਆ ਕਿ ਜਿਹੜੀਆਂ ਨਾਨ ਕਾਂਗਰਸ ਜਾਂ ਵਿੱਚੇ ਕਾਂਗਰਸ ਵੀ ਦੇ ਕਹਿ ਲਓ, ਉਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਮੂਡ ਵਿੱਚ ਹੈਗੀਆਂ, ਇਸ ਕੋਸ਼ਿਸ਼ ਵਿੱਚ ਹੈਗੀਆਂ ਕਿ ਅਸੀਂ ਐਂਟੀ ਮੋਦੀ ਕੋਈ ਲਹਿਰ ਖੜੀ ਕਰ ਦਈਏ, ਰਾਜਨੀਤਿਕ ਤੌਰ ਤੇ ਸਿਆਸੀ ਪਾਰਟੀਆਂ ਖੜੀ ਕਰ ਦਈਏ, ਤੇ ਐਂਟੀ ਮੋਦੀ ਲਹਿਰ ਦਾ ਕੋਈ ਫਾਇਦਾ ਲੈ ਕੇ ਅਸੀਂ ਸੱਤਾ ਦੇ ਉੱਤੇ ਕਾਬਜ਼ ਹੋ ਜਾਈਏ। ਮੇਰਾ ਸਵਾਲ ਇਸ ਤੋਂ ਇਲਾਵਾ ਜਿਹੜਾ ਹੈਗਾ, ਗੰਭੀਰਤਾ ਮੰਗਦਾ ਬਹੁਤ ਜ਼ਿਆਦਾ, ਔਰ ਤੁਹਾਡਾ ਧਿਆਨ ਮੈਂ ਚਾਹੂੰਗਾ ਉੱਧਰ ਮੈਂ ਦਵਾ ਸਕਾਂ, ਉਹ ਹੈਗਾ ਸੀ ਵੀ ਮੈਂ ਗੱਲ ਕੀਤੀ ਸੀਗੀ ਕਿ ਐਮਰਜੈਂਸੀ ਹਟਣ ਤੋਂ ਬਾਅਦ ਜਿਹੜੀਆਂ ਇਨਕਲਾਬੀ ਧਿਰਾਂ ਸੀਗੀਆਂ, ਉਹਨਾਂ ਦੇ ਵਿੱਚੋਂ ਸੱਤਿਆਨਾਰਾਇਣ ਦੀ ਅਗਵਾਈ ਹੇਠ ਬਹੁਤ ਸਾਰੇ ਲੋਕ ਜਿਹੜੇ ਸੀਗੇ, ਉਹਨਾਂ ਨੇ ਹਥਿਆਰ ਸੁੱਟ ਦਿੱਤੇ ਔਰ ਇਹ ਫੈਸਲਾ ਕਰਤਾ, ਅਨਾਉਂਸ ਕਰਤਾ ਕਿ ਹੁਣ ਹਥਿਆਰਬੰਦ ਜੰਗ ਦੀ ਲੋੜ ਨਹੀਂ ਹੈ, ਹਥਿਆਰਬੰਦ ਲੜਾਈ ਦੀ ਲੋੜ ਨਹੀਂ ਹੈ, ਇਨਕਲਾਬ ਆ ਚੁੱਕਾ, ਸੱਤਾ ਤਬਦੀਲੀ ਹੋ ਚੁੱਕੀ ਆ। ਫਾਸਿਸਟ ਇੰਦਰਾ ਗਾਂਧੀ ਜਿਹੜੀ ਆ, ਉਹਨੂੰ ਲੋਕਾਂ ਨੇ ਵੋਟਾਂ ਦੇ ਵਿੱਚ ਹਰਾ ਦਿੱਤਾ। ਤੇ ਅੱਜ ਜਿਹੜੀ ਹਾਲਤ ਬਣੀ ਪਈ ਹੈ, ਕੱਲ ਨੂੰ ਕੋਈ ਇਦਾਂ ਦਾ ਮਾਹੌਲ ਬਣ ਜਾਏ ਕਿ ਮੋਦੀ ਨੂੰ ਇਲੈਕਸ਼ਨ 'ਚ ਹਾਰ ਮਿਲ ਜਾਏ, ਜਾਂ ਜਿੱਦਾਂ ਕੁਝ ਸੂਬਿਆਂ 'ਚ ਮਿਲੀ ਵੀ ਹੈ, ਤੇ ਫਿਰ ਜਿਹੜੀਆਂ ਸੰਘਰਸ਼ ਕਰਨ ਵਾਲੀਆਂ ਤਾਕਤਾਂ ਹੈਗੀਆਂ, ਸੰਘਰਸ਼ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਉਹਨਾਂ ਦਾ ਵਤੀਰਾ ਕੀ ਹੋ ਸਕਦਾ? ਕੀ ਉਹ ਅੱਜ ਤੋਂ 46 ਸਾਲ ਪਹਿਲਾਂ ਵਾਲੀ ਹਾਲਤ ਦੁਬਾਰਾ ਦੁਹਰਾਈ ਜਾ ਸਕਦੀ ਹੈ, ਜਾਂ ਲੋਕੀ ਸਿਆਣੇ ਹੋ ਗਏ? ਦੇਖੋ, ਉਹ ਪਹਿਲੇ ਤਜਰਬੇ ਦੇ ਵਿੱਚੋਂ ਉਸ ਵਕਤ ਵਿਚਾਰਾਂ ਚੱਲੀਆਂ, ਉਸ ਵਕਤ ਕਾਫੀ ਇਹਨਾਂ ਦੇ ਵਿੱਚ ਨਕਸਲਵਾੜੀ ਧਿਰਾਂ ਦੇ ਵਿੱਚ ਵੀ ਵੋਟਾਂ ਦਾ ਜਿਹੜਾ ਰਸਤਾ ਆ ਉਹ ਅਪਣਾਇਆ ਜਾਵੇ ਜਾਂ ਨਾ ਅਪਣਾਇਆ ਜਾਵੇ। ਜੇ ਅਪਣਾਉਂਦੇ ਆ ਤਾਂ ਸਾਡੀ ਜਿਹੜੀ ਆ ਗੱਡੀ ਆ, ਇਸ ਸਮਾਜ ਨੂੰ ਬਦਲਣ ਲਈ ਅਸੀਂ ਜਿਹੜੀ ਤੋਰੀ ਆ, ਵੀ ਇਹ ਲੀਹ ਤੋਂ ਲਹਿ ਤਾਂ ਨਹੀਂ ਜਾਊਗੀ। ਤੇ ਇਸ ਤਰ੍ਹਾਂ ਕਰਕੇ ਬਾਕੀ ਦੀਆਂ ਧਿਰਾਂ ਜਿਹੜੀਆਂ ਨਹੀਂ ਸੀ ਅਪਣਾਉਣਾ ਚਾਹੁੰਦੀਆਂ, ਉਹਨਾਂ ਨੂੰ ਮਤਲਬ ਇੱਥੋਂ ਤੱਕ ਵੀ ਕਿਹਾ ਵੀ ਇਹ ਹਥਿਆਰ ਸੁੱਟ ਗਏ, ਜਾਣੀ ਇਹਨਾਂ ਨੇ ਸੰਘਰਸ਼ ਛੱਡ ਦਿੱਤਾ ਆ ਤੇ ਇਹ ਗਦਾਰੀ ਕਰ ਗਏ।
ਇੱਥੋਂ ਤੱਕ ਬਖਰੇਵੇਂ ਖੜੇ ਹੋ ਗਏ, ਲੀਕ ਖਿੱਚ ਹੋ ਗਈ ਇੱਕ ਵਾਰ ਤਾਂ, ਤੇ ਉਹ ਲੀਕ ਅਜੇ ਤੱਕ ਵੀ ਬੇਸ਼ੱਕ ਕਾਇਮ ਆ, ਪਰ ਉਹਦੇ ਨਾਲ ਜਿੱਦਾਂ ਹੁਣ CPI CPM ਵੀ ਵੋਟਾਂ ਵਿੱਚ ਹਿੱਸਾ ਲੈਂਦੀ ਆ, ਵਿੱਚ ਇਹ ਨਕਸਲਵਾੜੀ ਕੁਛ ਹੈਗੇ ਆ ਵੀ ਜਿਹੜੇ ਕੁਛ ਗਰੁੱਪ ਆ ਉਹ ਵੀ ਹਿੱਸਾ ਲੈ ਰਹੇ ਆ, ਇਲੈਕਸ਼ਨ ਲੜਦੇ ਆ, ਕੁਛ ਨਹੀਂ ਲੈ ਰਹੇ, ਕੁਛ ਬਾਈਕਾਟ ਵੀ ਕਰ ਰਹੇ ਆ, ਕੁਛ ਇਸ ਤਰ੍ਹਾਂ ਦੀ ਹਾਲਤ ਆ। ਇਹ ਜ਼ਰੂਰੀ ਨਹੀਂ ਹੈ ਕਿ ਜੇ ਉਹੋ ਜਿਹੀ ਹਾਲਤ ਹੋਵੇ ਵੀ ਉਹ ਦੁਬਾਰਾ ਇਸ ਤਰ੍ਹਾਂ ਫੇਰ ਵਾਪਰ ਜੋ, ਕੁਛ ਪਹਿਲਾਂ ਹੀ ਲੈ ਰਹੇ ਹਿੱਸਾ, ਜਿਨ੍ਹਾਂ ਨੇ ਹਿੱਸਾ ਲੈਣਾ ਉਹ ਹਿੱਸਾ ਲੈਣਗੇ ਇੱਧਰ, ਉਹ ਤਾਂ ਫਿਰ ਲੈਣਗੇ। ਪਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹਿੱਸਾ ਲੈਣ ਵਾਲੇ ਆ, ਜਿਹੜੇ ਸੱਤਾ ਰਹਿਣ ਦੀ ਗੱਲ ਕਰਦੇ ਸੀ, ਉਹ ਫਿਰ ਬਾਅਦ ਵਿੱਚ ਪੂਲਾ ਰੈਡੀ ਦੇ ਨਾਲ ਰਲ ਗਏ ਸੀ, ਏਕਤਾ ਹੋ ਗਈ ਸੀ, ਤਾਂ ਉਹਨਾਂ ਦਾ ਤਾਂ ਅੱਜ ਇਹ ਐਲਾਨ ਆ ਵੀ ਉਹ ਕਹਿੰਦੇ ਵੀ ਪਿੰਡਾਂ ਵਿੱਚ ਸਿਆਸੀ ਜਿੰਨੇ ਵੀ ਸਿਆਸਤਦਾਨ ਆ, ਕਿਸੇ ਵੀ ਪਾਰਟੀ ਦੇ ਸਿਆਸਤਦਾਨ ਵੋਟਾਂ ਮੰਗਣ ਆਉਂਦੇ, ਉਹਨਾਂ ਨੂੰ ਘੇਰੋ, ਲੋਕਾਂ ਨੂੰ ਉਹਨਾਂ ਨੇ ਇਹ ਸੱਦਾ ਦਿੱਤਾ ਤੇ ਉਹ ਬੜੇ ਖੁਸ਼ ਆ ਵੀ ਘੇਰਨਾ ਚਾਹੀਦਾ। ਮੇਰਾ ਖਿਆਲ ਹੈ ਵੀ ਇਸ ਵਾਰ ਉਹਨਾਂ ਦੀ ਜਿਹੜੀ ਪਾਰਟੀ ਆ CPI ML ਤੇ ਉਹ ਸ਼ਾਇਦ ਐਤਕੀ ਹਿੱਸਾ ਨਹੀਂ ਲਊਗੀ ਇਲੈਕਸ਼ਨਾਂ ਦੇ ਵਿੱਚ, ਜਿਹੋ ਜਿਹੀ ਉਹ ਇਸ ਵੇਲੇ ਸਟੇਟਮੈਂਟ ਆ ਰਹੀਆਂ। ਮੇਰਾ ਸਵਾਲ ਮਲਕੀ ਜੀ ਇਹ ਨਹੀਂ ਸੀ ਕਿ ਕਿਹੜੀ ਪਾਰਟੀ ਹਿੱਸਾ ਲਵੇ ਜਾਂ ਨਾ ਲਵੇ, ਮੇਰਾ ਸਵਾਲ ਇਹ ਸੀ ਕਿ ਉਹ ਜਿਹੜੀ ਸਿਚੁਏਸ਼ਨ 1977 ਵਿੱਚ ਸੀਗੀ ਉਹ ਦਰਾਈ ਤਾਂ ਨਹੀਂ ਜਾਊਗੀ ਹੁਣ 2022 ਵਿੱਚ ਜਾਂ ਫਿਰ 24 ਵਿੱਚ। 22 ਚ ਪੰਜਾਬ 'ਚ ਚੋਣਾਂ ਹੋ ਰਹੀਆਂ, 24 ਚ ਸੈਂਟਰਲ ਲੈਵਲ ਦੀਆਂ ਇਲੈਕਸ਼ਨ ਹੋਣੀਆਂ, ਪਾਰਲੀਮੈਂਟ ਦੀ ਇਲੈਕਸ਼ਨ ਹੋਣੀਆਂ, ਉਹ ਕੋਈ ਲੜੇ ਜਾਂ ਨਾ ਲੜੇ, ਕੋਈ ਹਿੱਸਾ ਲਵੇ ਜਾਂ ਨਾ ਲਵੇ। ਮੈਂ ਤਾਂ ਆਮ ਲੋਕਾਂ ਦੀ ਗੱਲ ਕਰਦਾ। ਆਮ ਲੋਕ ਪਿਛਲੇ ਇੰਨਿਆਂ ਸਾਲਾਂ ਵਿੱਚ 75 ਤੋਂ ਲੈ ਕੇ ਹੁਣ 2022 ਆ ਜਾਣਾ, ਉਦੋਂ ਤੱਕ ਚੇਤਨ ਹੋ ਗਏ ਆ, ਇਹਨਾਂ ਦੀ ਚਾਲਾਂ ਨੂੰ ਸਮਝਣ ਲੱਗ ਪਏ ਆ, ਜਾਂ ਅਜੇ ਵੀ ਉਹ ਕਹਿਣਗੇ ਕਿ ਠੀਕ ਆ ਜੀ ਮੋਦੀ ਬਹੁਤ ਹੰਕਾਰਿਆ ਹੋਇਆ ਸੀ, ਮੋਦੀ ਬਹੁਤ ਸਰਮਾਏਦਾਰ ਦਾ ਪਿੱਠੂ ਸੀ, ਮੋਦੀ ਨੇ ਦੇਸ਼ ਨੂੰ ਗਹਿਣੇ ਪਾ ਦਿੱਤਾ, ਮੋਦੀ ਨੇ ਇਹ ਕਰਤਾ ਉਹ ਕਰਤਾ, ਚਲੋ ਮੋਦੀ ਨੂੰ ਗੱਡੀਆਂ ਲਾਓ ਤੇ ਸਾਰਾ ਕੁਝ ਠੀਕ ਠਾਕ ਹੋ ਜਾਣਾ। ਸੋ ਗੱਲ ਇਸ ਤਰ੍ਹਾਂ, ਲੋਕ ਬਦਲ ਤਾਂ ਚਾਹੁੰਦੇ ਆ, ਇੱਕ ਗੱਲ ਤਾਂ ਪੱਕੀ ਆ ਵੀ ਲੋਕ ਚਾਹੁੰਦੇ ਬਦਲ, ਉਹਨਾਂ ਨੂੰ ਬਦਲ ਮਿਲ ਨਹੀਂ ਰਿਹਾ, ਸਹੀ ਬਦਲ ਨਹੀਂ ਮਿਲ ਰਿਹਾ। ਉਹ ਫਿਰ ਜਿਹੜਾ ਬਦਲਿਆ ਉਹ ਇਹ ਫਿਰ ਸਿਆਸੀ ਜਿਹੜੇ ਹੈਗੇ ਆ ਇਲੈਕਸ਼ਨਾਂ ਵਿੱਚ ਹਿੱਸਾ ਲੈਣ ਵਾਲੇ, ਉਹ ਫਿਰ ਇਸ ਸਿਚੁਏਸ਼ਨ ਦਾ ਲਾਹਾ ਲੈਂਦੇ ਹੋ, ਬੇਚੈਨੀ ਦਾ ਲਾਹਾ ਲੈਣ ਦੇ ਲਈ ਫਿਰ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੇ। ਉਹ ਹਜੇ ਤੱਕ ਪੇਸ਼ ਨਹੀਂ ਕਰ ਸਕੇ ਪੰਜਾਬ ਦੇ, ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਪੇਸ਼ ਨਹੀਂ ਕਰ ਸਕੇ। ਦੂਜੀ ਗੱਲ, ਇਸ ਕਿਸਾਨ ਮੂਵਮੈਂਟ ਨੇ ਜਿਹੜਾ ਕਿ ਜਨ ਅੰਦੋਲਨ ਬਣ ਗਿਆ, ਇਹਨੇ ਲੋਕਾਂ ਦੇ ਵਿੱਚ ਚੇਤਨਤਾ ਬਹੁਤ ਵੱਡੀ ਲਿਆਂਦੀ ਆ। ਜਿਹੜਾ ਕਿਸਾਨ ਸੰਘਰਸ਼ ਦੀ ਵਿਰੋਧ ਕਰਦਾ ਰਿਹਾ, ਜਿਹੜੀ ਵੀ ਜਥੇਬੰਦੀ ਜਾਂ ਜਿਸ ਵੀ ਵਿਅਕਤੀ ਨੇ ਸੰਘਰਸ਼ ਦਾ ਵਿਰੋਧ ਕੀਤਾ, ਕਿਸਾਨ ਸੰਘਰਸ਼ ਦਾ, ਤੇ ਉਹਦਾ ਨਿਖੇੜਾ ਹੋਇਆ ਤੇ ਲੋਕ ਉਹਨਾਂ ਦੇ ਨਾਲੋਂ ਟੁੱਟੇ ਆ। ਤੇ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋਊਗਾ, ਤੇ ਜਿਹੜਾ ਕਿਸਾਨ ਸੰਘਰਸ਼ ਦੀ ਸਪੋਰਟ ਵਿੱਚ ਹੋਊਗਾ ਉਹਦਾ ਬੇੜਾ ਪਾਰ ਹੋਊਗਾ, ਉਹਨੂੰ ਲੋਕ ਅੱਛਾ ਮੰਨਣਗੇ। ਜਿਹੜਾ ਨਹੀਂ ਕਿਸਾਨ ਸੰਘਰਸ਼ ਦੇ ਨਾਲ ਖੜਦਾ, ਉਹਦਾ ਨਹੀਂ, ਚਾਹੇ ਉਹ ਵੋਟਾਂ ਲੜਦਾ ਚਾਹੇ ਨਹੀਂ ਵੋਟਾਂ ਲੜਦਾ, ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੋਟਾਂ ਦੇ ਵਿੱਚ ਹਿੱਸਾ ਲਊਗਾ ਤਾਂ ਕਿਸਾਨ ਸੰਘਰਸ਼ ਦੇ ਨਾਲ ਉਹਨੂੰ ਜਿਹੜਾ ਕੋਈ ਖੜਦਾ ਹੋਊਗਾ ਉਹਦੇ ਤੇ ਤਾਂ ਲੋਕ ਕਰਨਗੇ ਤਬਾਰ। ਜੇ ਕੋਈ ਅੱਜ ਉੱਠ ਕੇ ਕਹਦੇ ਜੀ ਮੈਂ ਕਿਸਾਨ ਸੰਘਰਸ਼ ਦੀ ਸਪੋਰਟ ਕਰਦਾ, ਲੋਕ ਪਿਛਲਾ ਇਤਿਹਾਸ ਫਰੋਲਦੇ ਵੀ ਦੱਸ ਤੂੰ ਇੰਨਾ ਚਿਰ ਕਿੰਨੇ ਮਹੀਨੇ ਤੋਂ ਸਪੋਰਟ ਕੀਤੀ, ਕੀ ਸਪੋਰਟ ਕੀਤੀ ਤਾਂ ਕੀ ਕੰਮ ਕੀਤਾ ਕਿਸਾਨ ਸੰਘਰਸ਼ ਦੇ ਵਾਸਤੇ। ਮਲਕੀਤ ਜੀ, ਸਪੋਰਟ ਦਾ ਸਵਾਲ ਹੈ, ਉਹ ਤਾਂ ਅਕਾਲੀ ਦਲ ਅਨਾਉਂਸ ਕਰਦਾ ਕਿ ਕਿਸਾਨੀ ਸੰਘਰਸ਼ ਦੀ ਅਸੀਂ ਆਲਵੇਜ਼ ਸਪੋਰਟ ਕਰਦੇ ਹਾਂ, ਜਾਂ ਹੋਰ ਪਾਰਟੀਆਂ ਵੀ ਕਹਿੰਦੀਆਂ ਹੋਣਗੀਆਂ, ਕਾਂਗਰਸ ਨੇ ਵੀ ਏਦਾਂ। ਹਾਂਜੀ, ਮੇਰਾ ਇੱਕ ਸਵਾਲ ਜੀ, 5 ਮਿੰਟ ਆਪਣੇ ਕੋਲ ਹੋਰ ਹੈ ਜੀ, ਜ਼ਿਆਦਾ ਸਮਾਂ ਨਹੀਂ ਹੈਗਾ। ਮੈਂ ਚਾਹੁੰਦਾ, ਮੈਂ ਤੁਹਾਨੂੰ ਥੋੜਾ ਪਿੱਛੇ ਫੇਰ ਲੈ ਕੇ ਜਾਣਾ ਚਾਹੁੰਦਾ ਜੀ। ਐਮਰਜੈਂਸੀ ਦੇ ਦੌਰਾਨ ਆਮ ਲੋਕਾਂ ਦੇ ਕਿੱਦਾਂ ਦੇ ਅਤਿਆਚਾਰ ਹੋਏ ਜੀ? ਤੁਸੀਂ ਆਪਦੀ ਨਿੱਜੀ ਗੱਲ ਦੱਸੀ, ਤੁਸੀਂ ਆਪਣੇ ਪਰਿਵਾਰ ਦੀ ਗੱਲ ਦੱਸੀ, ਹੋਰ ਆਲੇ ਦੁਆਲੇ ਤੁਸੀਂ ਕੀ ਵੇਖਿਆ ਉਦੋਂ, ਤੇ ਕੀ ਉਸ ਤਰੀਕੇ ਦੇ ਜੋ ਹਾਲਾਤ ਸੀ ਅੱਜ ਨਾਲੋਂ ਕੀ ਫਰਕ ਸੀ? ਅੱਜ ਵੀ ਉਸੇ ਤਰੀਕੇ ਨਾਲ ਲੋਕਾਂ ਦੇ ਉੱਤੇ ਅਤਿਆਚਾਰ ਨਹੀਂ ਹੋ ਰਹੇ? ਅੱਜ ਵੀ ਗਰੀਬੀ ਉਨੀ ਜ਼ਿਆਦਾ ਨਹੀਂ ਹੈਗੀ? ਅੱਜ ਵੀ ਬੇਰੁਜ਼ਗਾਰੀ ਉਸੇ ਦਰ ਤੇ ਨਹੀਂ ਹੈਗੀ? ਅੱਜ ਵੀ ਮਹਿੰਗਾਈ ਉਨੀ ਨਹੀਂ ਵਧੀ ਹੋਈ? ਉਦੋਂ ਜੇ ਲੋਕ ਸੰਘਰਸ਼ ਕਰਦੇ ਸੀ, ਅੱਜ ਵੀ ਸੰਘਰਸ਼ ਕਰਦੇ, ਫਰਕ ਕੀ ਪਿਆ ਜੀ? ਅੱਧੀ ਸਦੀ ਬੀਤ ਗਈ। ਉਸ ਵਕਤ ਜਿਹੜਾ ਸਭ ਤੋਂ ਵੱਡਾ ਹੱਲਾ ਇੱਕ ਲੋਕਾਂ ਦੇ ਉੱਤੇ ਬੋਲਿਆ ਗਿਆ ਸੀ, ਨਸਬੰਦੀ ਦਾ ਬੋਲਿਆ ਗਿਆ ਸੀ। ਇੱਕ ਪਾਸੇ ਲੋਕਾਂ ਦੇ ਉੱਤੇ ਜ਼ਬਰ ਢਾਇਆ ਜਾ ਰਿਹਾ ਸੀ, ਇੱਕ ਪਾਸੇ ਉਸੇ ਇੰਦਰਾ ਗਾਂਧੀ ਨੇ ਸਮਾਜਵਾਦ ਦਾ ਵੀ ਨਾਰਾ ਦਿੱਤਾ ਸੀ।
ਹਾਂਜੀ ਬਿਲਕੁਲ। ਇੱਕ ਪਾਸੇ ਲੋਕਾਂ ਦੇ ਉੱਤੇ ਜ਼ਬਰ ਢਾਉਂਦੀ ਸੀ, ਮੂੰਹ ਵਿੱਚ ਰਾਮ ਰਾਮ, ਹੱਥ ਵਿੱਚ ਮਾਲਾ ਤੇ ਦੂਜੇ ਹੱਥ ਵਿੱਚ ਛੁਰੀ। ਇਹ ਕੰਮ ਦਾ ਵਰਤਦੀ ਸੀ। ਉਹਨੂੰ ਪਤਾ ਸੀ ਸਮਾਜਵਾਦ ਨੂੰ ਲੋਕ ਲਾਈਕ ਕਰਦੇ ਆ। ਫਿਰ ਉਹਨੇ ਨਾਰਾ ਦਿੱਤਾ ਸੀ ਗਰੀਬੀ ਹਟਾਓ, ਉਹ ਨਾਰਾ ਦਿੱਤਾ, ਪਰ ਕਰਦੀ ਰਹੀ ਲੋਕਾਂ ਦੇ ਉੱਤੇ ਜ਼ੁਲਮ। ਆਪਣਾ ਜਿੱਦਾਂ ਵੀ ਬੁਰਕਾ ਹੋਰ ਪਹਿਨ ਕੇ ਤੇ ਅੰਦਰੋਂ ਕੁਝ ਹੋ ਰਿਹਾ, ਅੰਦਰੋਂ ਜ਼ਾਲਮ ਆ, ਤੇ ਸ਼ਰੀਫਾਂ ਵਾਲਾ ਬੁਰਕਾ ਪਹਿਨ ਕੇ ਉਹ ਇਸ ਤਰ੍ਹਾਂ ਵਿਚਰੀ ਆਪਣੇ ਸਮੇਂ ਦੇ ਵਿੱਚ। ਅਖੀਰ ਉਹਨੂੰ ਬੁਰਕਾ ਪਾੜ ਕੇ ਉਹਨੇ ਫਿਰ ਐਮਰਜੈਂਸੀ ਸਿੱਧੇ ਤੌਰ ਦੇ ਉੱਤੇ ਲਾਤੀ। ਬਾਅਦ ਵਿੱਚ ਜੋ ਉਹ ਫਿਰ ਬਾਅਦ ਵਿੱਚ ਕੀਤਾ, ਸਿੱਖਾਂ ਦੇ ਧਾਰਮਿਕ ਅਸਥਾਨ ਦੇ ਉੱਤੇ ਉਹਨੇ ਹਮਲਾ ਕਰਵਾਤਾ। ਇਹ ਹੋਰ ਵੀ ਅੱਤ ਘਨਾਉਣੀ ਉਹਨੇ ਕਾਰਵਾਈ ਕੀਤੀ, ਜਿਹਦੇ ਨਾਲ ਮਤਲਬ ਪੂਰੇ ਭਾਰਤ ਕੀ ਪੂਰੀ ਦੁਨੀਆ ਦੇ ਵਿੱਚ ਉਹ ਜਾਨੀ ਸ਼ੇਕ ਹੋ ਗਈ। ਜਾਨੀ ਲੋਕਾਂ ਨੇ ਬਹੁਤ ਬੁਰਾ ਮਨਾਇਆ, ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਉਹ ਜਿਹੜੇ ਇੱਕ ਦੁਸ਼ਮਣ ਦੇ ਤੌਰ ਤੇ ਬਣ ਕੇ ਉੱਭਰੀ ਆ। ਉਹ ਕਦੇ ਵੀ ਉਹ ਸਿੱਖ ਜਿਹੜੇ ਪੰਜਾਬ ਦੇ ਆ ਜਾਂ ਖਾਸ ਕਰਕੇ ਪੰਜਾਬੀ ਲੋਕ ਆ, ਕਦੇ ਵੀ ਉਸ ਪ੍ਰਧਾਨ ਮੰਤਰੀ ਨੂੰ ਕਦੇ ਵੀ ਉਹ ਪਸੰਦ ਨਹੀਂ ਕਰਦੇ, ਕਿਉਂਕਿ ਜਿਹਨੇ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਦੋਂ ਹਮਲਾ ਹੁੰਦਾ, ਜਿਹੜਾ ਇਨਸਾਫ ਪਸੰਦ ਆ ਇਨਸਾਨ, ਉਹ ਉਹਦਾ ਵਿਰੋਧ ਕਰਦਾ, ਚਾਹੇ ਸਿੱਖਾਂ ਦੇ ਧਾਰਮਿਕ ਸਥਾਨ ਤੇ ਹੋਵੇ, ਚਾਹੇ ਮੁਸਲਮਾਨਾਂ ਦੇ। ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਆ, ਪਿਛਲੇ ਸਮੇਂ ਦੇ ਵਿੱਚ ਜਦੋਂ ਮਸਜਿਦਾਂ ਦੇ ਉੱਤੇ ਵੀ ਹਮਲੇ ਹੁੰਦੇ ਰਹੇ ਆ, ਰਾਮ ਮੰਦਿਰ ਦਾ ਮਸਲਾ ਉਠਾਲਿਆ ਇਹਨਾਂ ਨੇ, ਉਸ ਵਕਤ ਵੀ ਉਹਨਾਂ ਨੇ ਆਵਾਜ਼ ਉਠਾਈ ਆ। ਚਾਹੇ ਮੰਦਿਰ ਦੇ ਉੱਤੇ ਕੋਈ ਸਰਕਾਰ ਹਮਲਾ ਕਰੇ ਤਾਂ ਵੀ ਉਹ ਜਿਹੜੇ ਇਨਸਾਫ ਪਸੰਦ ਲੋਕ ਬੋਲਣਗੇ, ਚਾਹੇ ਮਸਜਿਦ ਦੇ ਉੱਤੇ, ਚਾਹੇ ਚਰਚ ਦੇ ਉੱਤੇ ਹਮਲਾ ਹੋਵੇ, ਕਿਤੇ ਵੀ ਹੋਵੇ। ਇਹ ਲੋਕਾਂ ਦੀ ਆਜ਼ਾਦੀ ਆ, ਕੋਈ ਕਿਸੇ ਧਰਮ ਨੂੰ ਮੰਨੇ ਜਾਂ ਨਾ ਮੰਨੇ। ਸਭ ਤੋਂ ਵੱਡਾ ਜਿਹੜਾ ਹਮਲਾ ਸੀ 83 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਨਸਬੰਦੀ ਕਰ ਦਿੱਤੀ ਸੀ। ਕਈਆਂ ਦੀ ਤਾਂ ਕੁਆਰੇ ਲੋਕਾਂ ਦੀ ਨਸਬੰਦੀ ਕਰ ਦਿੱਤੀ ਸੀ। ਸੋ ਇਹ ਇੱਕ ਸਭ ਤੋਂ ਵੱਧ ਜਿੱਦਾਂ ਇੱਕ ਦਹਿਸ਼ਤ ਪਾਉਣ ਦੇ ਲਈ, ਜਿੱਦਾਂ ਹੁਣ ਕਰੋਨਾ ਦੇ ਟਾਈਮ ਦਹਿਸ਼ਤ ਪਾਉਣ ਦੇ ਲਈ ਲੋਕਾਂ ਨੂੰ ਕਿਵੇਂ ਢਾਹ ਕੁੱਟਿਆ ਗਿਆ ਸੀ, ਉਸ ਵਕਤ ਇਹ ਜਾਣ ਬੁੱਝ ਕੇ ਦਹਿਸ਼ਤ ਪਾਉਣ ਦੇ ਲਈ ਪੁਲਿਸ ਨਾਲ ਹੁੰਦੀ ਸੀ ਤੇ ਇਹ ਲੋਕਾਂ ਦੇ ਉੱਤੇ ਕੀਤਾ ਗਿਆ। ਪਰ ਜਿਹੜੀਆਂ ਜਥੇਬੰਦੀਆਂ ਆ ਪਿੰਡਾਂ ਦੇ ਵਿੱਚ, ਨੌਜਵਾਨ ਸਭਾਵਾਂ ਜਾਂ ਕਿਸਾਨ ਸਭਾਵਾਂ ਸੀ ਜਾਂ ਮਜ਼ਦੂਰ ਸਭਾਵਾਂ ਸੀ, ਉਹ ਆਪਣੇ ਹੱਕਾਂ ਦੇ ਲਈ ਡਟੀਆਂ ਰਹੀਆਂ ਸੀ। ਉਸ ਵਕਤ ਵੀ ਉਹਨਾਂ ਨੇ ਐਮਰਜੈਂਸੀ ਦੇ ਵਿੱਚ ਬੇਸ਼ੱਕ ਗੜੇ ਪਏ ਆ, ਉਹਨਾਂ ਨੇ ਗੜਿਆਂ ਦੇ ਪੈਸੇ ਵੀ ਲਏ ਆ, ਤਾਂ ਜਿੱਥੇ ਕਿਤੇ ਨਸਬੰਦੀ ਕਰਨ ਆਉਂਦੇ ਹੁੰਦੇ ਸੀ, ਜਿਹੜੇ ਕੌਨਸ਼ੀਅਸ ਲੋਕ ਸੀ ਪਿੰਡਾਂ ਦੇ ਜਥੇਬੰਦੀਆਂ ਦੇ ਨਾਲ ਜੁੜੇ ਹੋ ਸੀ, ਉਹਨਾਂ ਨੇ ਨਸਬੰਦੀਆਂ ਆਪਣੇ ਪਿੰਡਾਂ ਵਿੱਚ ਹੋਣ ਨਹੀਂ ਦਿੱਤੀਆਂ। ਮੈਂ ਆਪਣੇ ਪਿੰਡ ਦਾ ਵੀ ਜ਼ਿਕਰ ਕਰਦਾ ਕਿ ਪਿੰਡ ਦੇ ਵਿੱਚ 25 ਨੌਜਵਾਨ ਡਾਂਗਾਂ ਵਾਲੇ ਖੜੇ ਕਰ ਲਿਆ ਸੀ ਵੀ ਜੇ ਕੱਲ ਨੂੰ ਆਊਗੇ ਨਸਬੰਦੀ ਕਰਨ ਤਾਂ ਆਪਾਂ ਹੋਣ ਨਹੀਂ ਦੇਣੀ, ਚਾਹੇ ਕੁਛ ਵੀ ਹੋ ਜਾਵੇ, ਚਾਹੇ ਸਾਨੂੰ ਲੜਨਾ ਭਿੜਨਾ ਪੈ ਜਾਵੇ। ਜਦੋਂ ਖਬਰ ਕਹਾਂ ਪਹੁੰਚ ਗਈ, ਅਗਲੇ ਜਿੱਥੇ ਇਦਾਂ ਦੀਆਂ ਖਬਰਾਂ ਪਹੁੰਚਦੀਆਂ ਸੀਗੀਆਂ, ਅਗਲੇ ਉੱਥੇ ਨਸਬੰਦੀ ਕਰਨ ਨਹੀਂ ਸੀ ਆਉਂਦੇ। ਸੋ ਕਹਿਣ ਦਾ ਮਤਲਬ ਸਰਕਾਰਾਂ ਬਣਾਉਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਮੌਜੂਦਾ ਸਰਕਾਰ ਜਿਹੜੀ ਆ ਉਹ ਆਬਾਦੀ ਤੇ ਕੰਟਰੋਲ ਕਰਨ ਦੇ ਨਾਂ ਹੇਠ ਕੋਈ ਨਾ ਕੋਈ ਨਵਾਂ ਜਿਹੜਾ ਸ਼ੋਸ਼ਾ ਛੱਡਣ ਜਾ ਰਹੀ ਹੈ। ਸ਼ਾਇਦ ਲੋਕਾਂ ਦੇ ਉੱਤੇ ਕਿਸੇ ਨਾ ਨਵੇਂ ਤਰੀਕੇ ਨਾਲ ਜ਼ੁਲਮ ਢਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ। ਮਲਕੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਵੀ ਕੱਢਿਆ। ਤੁਹਾਡੇ ਕੋਲ ਇੰਗਲੈਂਡ ਵਿੱਚ ਤਾਂ ਮੈਨੂੰ ਲੱਗਦਾ ਕਿ ਇਸ ਵੇਲੇ ਰਾਤ ਦੇ 11 ਵੱਜ ਗਏ ਹੋਣੇ, ਨਹੀਂ 10 ਵੱਜ ਗਏ, 10 ਵੱਜ ਰਹੇ ਆ। ਤੇ ਤੁਸੀਂ ਸਮਾਂ ਕੱਢਿਆ ਜੀ, ਔਰ ਬੜੀ ਵਿਸਥਾਰ ਨਾਲ ਗੱਲ ਕੀਤੀ ਹੈ, ਆਪਦੀ ਹੱਡਬੀਤੀ ਵੀ ਸੁਣਾਈ ਆ, ਔਰ ਦੇਸ਼ ਦੇ ਆਮ ਭਾਰਤ ਦੇ ਲੋਕਾਂ ਦੇ ਉੱਤੇ ਅੱਜ ਤੋਂ 46 ਸਾਲ ਹੋਏ ਆ ਜਿਹੜੀ ਮੇਰੇ ਨਾਲ ਹੱਡ ਬੀਤੀ ਹੋਈ ਆ। ਬਹੁਤ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਤਸੀਹੇ ਦਿੱਤੇ ਗਏ, ਉਹਨਾਂ ਨੂੰ ਉੱਥੇ ਕੁੱਟਮਾਰ ਹੁੰਦੀ ਰਹੀ, ਉਹਨਾਂ ਨੂੰ ਦਵਾਈਆਂ ਨਹੀਂ ਦਿੱਤੀਆਂ ਗਈਆਂ, ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਗਏ। ਸਟੂਡੈਂਟ ਆਗੂਆਂ ਦੇ ਉੱਤੇ 5-5 ਕਿਲੋ ਅਫੀਮ ਦੇ ਝੂਠੇ ਕੇਸ ਇਹਨਾਂ ਨੇ ਪਾਤੇ, ਕਿਸੇ ਦੇ ਉੱਤੇ ਅਸਲਾ ਪਾਤਾ ਨਜਾਇਜ਼। ਸੋ ਇਸ ਤਰ੍ਹਾਂ ਕੀਤਾ ਗਿਆ। ਸੋ ਇਸ ਤਰ੍ਹਾਂ ਮਤਲਬ ਇਹਨਾਂ ਨੇ ਜਿੱਦਾਂ ਮਤਲਬ ਮੈਂ ਆਪਣੀ ਗੱਲ ਦੱਸੀ, ਇਸੇ ਤਰ੍ਹਾਂ ਸਾਰੇ ਆਗੂਆਂ ਦੇ ਨਾਲ ਏਦਾਂ ਹੁੰਦੀ ਰਹੀ। ਸਾਰਿਆਂ ਦੇ ਘਰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ, ਪਰ ਲੋਕ ਡਟੇ ਰਹੇ ਆ। ਇਹ ਲੜਾਈ ਜਿਹੜੀ ਇਸ ਤਰ੍ਹਾਂ ਹੁੰਦੀ ਆ, ਜ਼ੁਲਮ ਦੇ ਖਿਲਾਫ ਡਟ ਕੇ ਖੜ ਕੇ ਲੜ ਹੁੰਦਾ, ਉਸ ਤਰ੍ਹਾਂ ਨਹੀਂ ਸੱਚ ਦੀ ਲੜਾਈ ਜਿੱਤੀ ਜਾਂਦੀ। ਹੱਕਾਂ ਦੀ ਲੜਾਈ ਅੱਜ ਵੀ ਕਿਸਾਨ ਲੜ ਰਹੇ ਆ, ਅੱਜ ਵੀ ਉਹਨਾਂ ਨੂੰ ਬੜੀਆਂ ਤਕਲੀਫਾਂ ਝੱਲਣੀਆਂ ਪੈ ਰਹੀਆਂ, ਕਿੰਨੀਆਂ ਹਨੇਰੀਆਂ ਝੱਖੜ ਸਾਰਾ ਕੁਝ ਉਹ ਝੱਲ ਰਹੇ ਆ, ਸਰਕਾਰ ਦੀ ਜ਼ੁਲਮ ਨੂੰ ਝੱਲ ਰਹੇ ਆ। ਦਿੱਲੀ ਸਰਕਾਰ ਜਿਹੜੀ ਆ ਉਹਦੀ ਜੁਦੀ, ਕਹਿਣ ਦਾ ਮਤਲਬ ਕੇਂਦਰੀ ਸਰਕਾਰ ਮੋਦੀ ਦੀ, ਤੇ ਦੂਸਰੇ ਪਾਸੇ ਪੰਜਾਬ ਦੀ ਸਰਕਾਰ ਦੇ ਜ਼ੁਲਮ ਜੁਦੇ ਝੱਲਦੇ ਆ। ਪਰ ਉਹਦੇ ਬਾਵਜੂਦ ਫੇਰ ਵੀ ਸਰਕਾਰਾਂ ਨੂੰ ਪੈਰ ਪਿੱਛੇ ਖਿੱਚਣਾ ਪੈਂਦਾ ਜਦ ਲੋਕਾਂ ਦਾ ਏਕਾ ਇੰਨਾ ਆ
ਲੋਕਾਂ ਨੇ ਆਪਣੇ ਏਕੇ ਦੀ ਵਜ੍ਹਾ ਦੇ ਨਾਲ ਭਾਵੇਂ ਐਮਰਜੈਂਸੀ ਅਸੀਂ ਆਪਣੀਆਂ ਮੰਗਾਂ ਮਨਵਾਈਆਂ ਐਮਰਜੈਂਸੀਆਂ ਲੱਗਿਆਂ ਤੇ ਵੀ। ਬੇਸ਼ੱਕ ਸਟੂਡੈਂਟ ਵਰਗ ਸੀ, ਅਸੀਂ ਸਟੂਡੈਂਟ ਵਰਗ ਦੀ ਅਗਵਾਈ ਕਰ ਰਹੇ ਸੀ, ਉੱਥੇ ਉਹਨਾਂ ਨੇ ਮੰਗਾਂ ਮਨਾਈਆਂ, ਨੌਜਵਾਨਾਂ ਨੇ ਆਪਣੀਆਂ, ਕਿਸਾਨਾਂ ਨੇ ਆਪਣੀਆਂ, ਮਜ਼ਦੂਰਾਂ ਨੇ ਆਪਣੀਆਂ, ਐਮਰਜੈਂਸੀ ਲੱਗਣ ਦੇ ਬਾਵਜੂਦ ਵੀ। ਸੋ ਜੇ ਸਰਕਾਰ ਬਦਲ ਕੇ ਕੋਈ ਬੰਦੇ ਨਵੇਂ ਲੈ ਆਓ ਜਾਂ ਹੋਰ ਪਾਰਟੀ ਲੈ ਆਓ, ਉਹਨਾਂ ਨੇ ਦੱਸ ਦੇਣ ਵੀ ਉਸ ਵੇਲੇ ਕਿਹੜੀਆਂ ਲੋਕਾਂ ਨੂੰ ਹੱਕ ਲੈ ਕੇ ਦੇ ਦਿੱਤੇ। ਅੱਜ ਵੀ ਜੇ ਕੋਈ ਨਵੀਂ ਸਰਕਾਰ ਆ ਜਾਊਗੀ, ਹੱਕ ਨਹੀਂ ਮਿਲਣੇ, ਹੱਕ ਤਾਂ ਏਕੇ ਨਾਲੇ ਮਿਲਣੇ ਆ। ਇਹ ਗੱਲ ਦੀ ਆਪਾਂ ਗੱਲ ਕਰਦੇ ਆ ਬਈ ਬਦਲ ਅੱਜ ਹੈ ਨਹੀਂ, ਬਦਲ ਇਹੀ ਆ ਬਈ ਜਿੰਨਾ ਚਿਰ ਲੋਕ ਇਕੱਠੇ ਨਹੀਂ ਹੁੰਦੇ, ਇਹੀ ਇੱਕ ਬਦਲਿਆ। ਜਿੱਦਾਂ ਕਿਸਾਨ ਇਕੱਠੇ ਹੋਏ ਆ, ਇਸ ਤਰ੍ਹਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ। ਉਹਦੇ ਵਿੱਚ ਜਿੱਦਾਂ ਬਦਲ ਹੈਗਾ ਪਿਆ, ਏਕਤਾ ਦੀ ਲੋੜ ਆ, ਸਭ ਤੋਂ ਵੱਡਾ ਏਕਾ ਹੈ। ਬਹੁਤ ਮਿਹਰਬਾਨੀ ਜੀ ਤੁਹਾਡੀ ਮਲਕੀਤ ਜੀ, ਤੁਸੀਂ ਸਾਡੀ ਬੇਨਤੀ ਸਵੀਕਾਰ ਕਰਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਹੁੰਗਾਰਾ ਭਰਦੇ ਹੋ। ਨੈਕਸਟ ਟਾਈਮ ਕਿਸੇ ਹੋਰ ਟੌਪਿਕ ਤੇ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਇਨ ਦੀ ਮੀਨ ਟਾਈਮ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ, ਮਿਹਰਬਾਨੀ।